ਸ਼ੇਰੇ ਪੰਜਾਬ AM 600 ਤੁਹਾਡਾ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ। ਅੱਜ ਦੇ ਇਸ ਸ਼ੋਅ ਦੇ ਵਿੱਚ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟੀ ਹਾਂ ਕਿ ਅੱਜ ਇੱਕ ਉਸ ਸ਼ਖਸੀਅਤ ਦੀ ਗੱਲ ਕਰਨੀ ਆ ਜਿਹਨੂੰ ਅਸੀਂ ਬਹੁਤ ਪਿਆਰ ਦੇ ਨਾਲ ਯਾਦ ਕਰਦੇ ਹਾਂ, ਉਦਾਸੀ ਦੇ ਨਾਲ ਵੀ ਯਾਦ ਕਰਦੇ ਹਾਂ। 6 ਤੋਂ 7 ਮਈ ਦੀ ਦਰਮਿਆਨ ਜਿਹੜੀ ਰਾਤ ਸੀ 1973 ਦੀ, ਇਹ ਕਿਹਾ ਜਾਂਦਾ ਕਿ ਇਹ ਪੰਜਾਬੀ ਕਵਿਤਾ ਦੇ ਵਿੱਚ ਸਭ ਤੋਂ ਹਨੇਰੀ ਰਾਤ ਸੀ। ਇਹ ਸਰਦਾਰ ਮਨਮੋਹਨ ਸਿੰਘ ਨੇ ਉਹਨਾਂ ਨੇ ਇਹ ਗੱਲ ਲਿਖੀ ਸੀ, ਜਿਹੜੇ ਸ਼ਿਵ ਕੁਮਾਰ ਹੋਣਾ ਦੇ ਦੋਸਤ ਰਹੇ ਨੇ। ਕਹਿੰਦੇ ਕਿ 6 ਤੋਂ 7 ਮਈ ਦੀ ਵਿਚਕਾਰਲੀ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨੇਰੀ ਰਾਤ ਸੀ। ਕਹਿੰਦੇ ਕਿ ਜੀਵਨ ਵਿੱਚ ਹਰ ਗੱਲ ਦਾ ਸਮਾਂ ਹੁੰਦਾ ਹੈ, ਜਿਉਣ ਦਾ ਸਮਾਂ, ਲਿਖਣ ਦਾ ਸਮਾਂ ਅਤੇ ਸੰਸਾਰ ਨੂੰ ਛੱਡ ਕੇ ਜਾਣ ਦਾ ਸਮਾਂ। ਪਰ ਉਹ ਸਮਾਂ ਮੈਂ ਸੋਚਦਾ ਹਾਂ ਮਰਨ ਦਾ ਸਮਾਂ ਨਹੀਂ ਸੀ। ਸ਼ਬਦਾਂ ਪ੍ਰਤੀ ਮੇਰੀ ਸੰਵੇਦਨਸ਼ੀਲਤਾ ਅਤੇ ਕਾਵਿਕ ਬਿੰਬ ਸਭ ਖੇਰੂ ਖੇਰੂ ਹੋ ਗਏ। ਉਸ ਸਮੇਂ ਮੈਂ ਕੇਵਲ ਇੱਕ ਸੰਗੀਤ ਦੀ ਮੌਤ ਬਾਰੇ ਸੋਚ ਸਕਦਾ ਹਾਂ ਜਾਂ ਫਿਰ ਇਸ ਦੇ ਸਭ ਤੋਂ ਉੱਤਮ ਗੀਤ ਦੀ। ਉਹ ਰਾਤ ਸੀ ਜਦੋਂ ਸ਼ਿਵ ਕੁਮਾਰ ਬਟਾਲਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਅਤੇ ਜਦੋਂ ਸਵੇਰ ਹੋਈ, ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਜਦੋਂ ਇਹ ਖਬਰਾਂ ਛਾ ਗਈਆਂ ਅਤੇ ਇਹ ਇੱਕ ਬਹੁਤ ਵੱਡਾ ਮਾਤਮ ਦਾ ਦਿਨ ਸੀ। ਅਸੀਂ ਹਰ ਸਾਲ ਖਾਸ ਕਰਕੇ ਇਸ ਦਿਨ ਸ਼ਿਵ ਕੁਮਾਰ ਬਟਾਲਵੀ ਉਹਨਾਂ ਨੂੰ ਯਾਦ ਕਰਦੇ ਹਾਂ। ਸ਼ਾਇਦ ਸਾਡੀ ਸੁਣਨ ਵਾਲਿਆਂ ਨੂੰ ਯਾਦ ਹੋਏਗਾ ਕਿ ਪਿਛਲੇ ਸਾਲ ਵੀ ਤਕਰੀਬਨ 2 ਘੰਟੇ ਦਾ ਇੱਕ ਖਾਸ ਪ੍ਰੋਗਰਾਮ ਮੈਂ ਕੀਤਾ ਸੀ। ਇਸੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਈ ਸੀ ਸੁਕੀਰਤ ਆਨੰਦ ਹੋਣਾ ਦੇ ਨਾਲ। ਉਦੋਂ ਬਹੁਤ ਵੱਖਰੀ ਤਰ੍ਹਾਂ ਦੇ ਖੁਲਾਸੇ ਉਹਨਾਂ ਨੇ ਕੀਤੇ ਸਨ ਸ਼ਿਵ ਕੁਮਾਰ ਬਾਰੇ। ਬੇਸ਼ੱਕ ਉਹਨਾਂ ਦੀਆਂ ਕਵਿਤਾਵਾਂ ਬਾਰੇ ਘੱਟ ਗੱਲ ਹੋਈ ਸੀ, ਉਹਨਾਂ ਦੇ ਗੀਤਾਂ ਬਾਰੇ ਘੱਟ ਗੱਲ ਹੋਈ ਸੀ, ਉਹਨਾਂ ਦੀ ਪਰਸਨਲ ਜ਼ਿੰਦਗੀ ਬਾਰੇ ਬਹੁਤ ਗੱਲਾਂ ਹੋਈਆਂ ਸਨ, ਕਿਉਂਕਿ ਗੀਤ ਅਤੇ ਕਵਿਤਾਵਾਂ ਅਤੇ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਸਾਨੂੰ ਮਿਲ ਜਾਂਦੇ ਨੇ। ਪਰ ਸ਼ਿਵ ਕੁਮਾਰ ਇੱਕ ਵਿਅਕਤੀ ਦੇ ਤੌਰ 'ਤੇ ਕੌਣ ਸੀ, ਕਿਹੋ ਜਿਹਾ ਵਿਅਕਤੀ ਸੀ ਉਹ, ਇਹਦੇ ਬਾਰੇ ਉਹਨਾਂ ਦੇ ਜਿਹੜੇ ਬਹੁਤ ਨੇੜੇ ਰਹੇ ਹੋਣਗੇ ਉਹੀ ਦੱਸ ਸਕਦੇ ਹੁੰਦੇ ਆ। ਇਹੀ ਕੋਸ਼ਿਸ਼ ਕੀਤੀ ਸੀ ਜਦੋਂ ਸੁਕੀਰਤ ਹੋਣਾ ਨਾਲ ਇੰਟਰਵਿਊ ਕੀਤੀ ਸੀ। ਅਤੇ ਅੱਜ ਮੈਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਹੋਰ ਕੋਈ ਨਹੀਂ, ਅੱਜ ਸ਼ਿਵ ਕੁਮਾਰ ਦਾ ਆਪਣਾ ਬੇਟਾ ਮਿਹਰਬਾਨ ਬਟਾਲਵੀ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਮਿਹਰਬਾਨ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। 1973 ਅਤੇ ਹੁਣ ਦੀ ਗੱਲ ਕਰੀਏ ਤਕਰੀਬਨ 50 ਸਾਲ ਹੋਣ ਲੱਗੇ ਆ। ਉਸ ਸਮੇਂ ਤੁਸੀਂ, ਤੁਹਾਡੀ ਆਪਣੀ ਉਮਰ ਵੀ ਮਸਾਂ 5 ਸਾਲ ਦੀ ਉਮਰ ਸੀ। ਜੇ ਥੋੜ੍ਹਾ ਜਿਹਾ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰ ਸਕੀਏ ਕਿ ਤੁਹਾਡੇ ਚੇਤੇ ਦੇ ਵਿੱਚ ਕੁਝ ਹੈ ਆਪਣੇ ਪਿਤਾ ਜੀ ਬਾਰੇ? ਚੇਤੇ ਦੀ ਗੱਲ, ਸਿਰਫ ਚੇਤੇ ਦੀ, ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਉਹ ਜਿਹੜੀਆਂ ਤੁਹਾਡੇ ਮਨ ਦੇ ਵਿੱਚ ਵਸੀਆਂ ਹੋਈਆਂ। ਜੀ ਜੀ, ਮੈਂ ਸਮਝ ਗਿਆ। ਬਹੁਤ ਚੀਜ਼ਾਂ ਨੇ, ਬਹੁਤ ਕੁਝ ਚੀਜ਼ਾਂ ਯਾਦ ਆ ਮੈਨੂੰ, ਕਿਉਂਕਿ ਸ਼ਾਇਦ ਉਹ ਵਕਤ ਇੱਦਾਂ ਦਾ ਸੀ ਜਿਹੜਾ ਬੱਚੇ ਨੇ ਕਦੇ ਇਸ ਤਰ੍ਹਾਂ ਕੁਝ ਦੇਖਿਆ ਨਹੀਂ ਹੁੰਦਾ ਹੈ ਨਾ। ਉਹਨਾਂ ਦੀ ਸ਼ਖਸੀਅਤ ਵੀ ਇੱਦਾਂ ਦੀ ਸੀ। ਕੁਛ ਇੰਨੇ ਲੋਕ ਆਉਂਦੇ ਸੀ ਘਰ 'ਚ, ਇੰਨਾ ਹਰ ਵੇਲੇ ਕੋਈ ਨਾ ਕੋਈ ਮਹਿਫਿਲ ਲੱਗੀ ਰਹਿਣੀ। ਉਹ ਮੈਨੂੰ ਬਹੁਤ ਕੁਛ ਯਾਦ ਆ ਇਸ ਤਰ੍ਹਾਂ ਦੀਆਂ ਗੱਲਾਂ। ਅਤੇ ਸਪੈਸ਼ਲੀ ਲਾਸਟ ਦਿਨਾਂ ਦੀਆਂ ਤਾਂ ਬਹੁਤ ਜ਼ਿਆਦਾ ਯਾਦ ਮੈਨੂੰ। ਐਜ਼ ਇਟ ਇਜ਼ ਸਾਰਾ ਦਿਨ ਯਾਦ, ਸਭ ਕੁਝ ਯਾਦ ਹੈ। ਕਿਸ ਤਰ੍ਹਾਂ ਅਸੀਂ ਬੱਸ 'ਚ ਗਏ ਬਟਾਲੇ ਤੋਂ, ਫਿਰ ਅਸੀਂ ਕਿਸ ਤਰ੍ਹਾਂ ਆਪਣੇ ਨਾਨਕੇ ਪਿੰਡ ਉੱਥੇ ਪਹੁੰਚੇ ਮੰਗਿਆਲ, ਉਹ ਰਸਤਾ ਸਾਰਾ ਹਰ ਚੀਜ਼ ਯਾਦ ਹੈ। ਲਾਸਟ ਦਿਨ ਯਾਦ ਹੈ ਜਦੋਂ ਉਹਨਾਂ ਦੀ ਡੈਥ ਹੋਈ ਹੈ, ਉਹ ਕਿੱਥੇ ਉਹਨਾਂ ਨੂੰ ਲਟਾਇਆ ਹੋਇਆ ਸੀ, ਕਿਸ ਤਰ੍ਹਾਂ ਮੇਰੇ ਮਦਰ ਤੇ ਪੂਜਾ ਕਿੱਥੇ ਬੈਠੇ ਸੀ, ਮੇਰੇ ਨਾਨੀ ਜੀ ਕਿੱਥੇ ਬੈਠੇ ਸੀ, ਨਾਨਾ ਜੀ ਸਾਰੇ ਬਾਰੇ ਮੈਨੂੰ ਬਹੁਤ ਕੁਛ ਯਾਦ, ਬਹੁਤ ਕੁਝ। ਕੋਈ ਗੱਲ ਵੀ ਯਾਦ ਹੈ ਉਹਨਾਂ ਦੀ? ਹਾਂਜੀ ਹਾਂਜੀ, ਮੈਨੂੰ ਯਾਦ ਹੈ। ਉਹ ਮੈਨੂੰ ਲੱਗਦਾ ਸੀ ਥੋੜੇ ਦਿਨ ਹੀ ਉੱਥੇ 13-14 ਦਿਨ ਹੀ ਰਹੇ ਹੋਵਾਂਗੇ ਬਟਾਲੇ ਤੋਂ ਆ ਕੇ, ਡੈਥ ਤੋਂ ਪਹਿਲਾਂ। ਉਹਨਾਂ ਦਿਨਾਂ 'ਚ ਵੀ ਮੈਨੂੰ ਉਹਨਾਂ ਨੇ ਸਕੂਲ 'ਚ ਉੱਥੇ ਮੰਗਿਆਲ ਪਿੰਡ ਸਕੂਲ ਦੇ ਵਿੱਚ ਹੀ ਪਾਇਆ ਸੀਗਾ ਜੀ। ਤੇ ਮੈਨੂੰ ਯਾਦ ਹੈ ਮੈਂ ਜ਼ਿੱਦ ਕਰ ਰਿਹਾ ਸੀ ਵੀ ਮੈਂ ਨਹੀਂ ਜਾਣਾ ਸਕੂਲ, ਮੈਂ ਨਹੀਂ ਜਾਵਾਂਗਾ। ਸੋ ਮੰਗਿਆਲ ਤੁਹਾਡੇ ਨਾਨਕੇ ਸੀ ਜਾਂ ਪਿੰਡ ਸੀ? ਨਾਨਕੇ ਜੀ, ਕੀੜੀ ਮੰਗਿਆਲ ਕਹਿੰਦੇ ਜ਼ਿਆਦਾਤਰ। ਕੀੜੀ ਨਾਲ ਦਾ ਪਿੰਡ ਹੈ, ਵੱਡਾ ਪਿੰਡ ਸੀਗਾ ਜੀ, ਪਰ ਜਿਹੜਾ ਸਾਡਾ ਨਾਨਕਾ ਪਿੰਡ ਹੈ ਉਹਦਾ ਨਾਮ ਮੰਗਿਆਲ ਹੈ। ਹਾਂ, ਬਿਲਕੁਲ ਆਪਣੇ ਕਠੂਏ ਬਾਰਡਰ ਦੇ ਬਿਲਕੁਲ ਕੋਲ ਜਾ ਕੇ ਨਾ ਉਸ ਜਗ੍ਹਾ ਤੇ ਰਾਵੀ ਕੰਢੇ ਬਿਲਕੁਲ। ਤਾਂ ਮੈਨੂੰ ਉਹ ਕਹਿ ਰਹੇ ਸੀ ਸਾਰੇ ਜਣੇ ਸਕੂਲ ਜਾ, ਮੈਂ ਮੰਨ ਨਹੀਂ ਸੀ ਰਿਹਾ। ਤੇ ਮੈਨੂੰ ਯਾਦ ਹੈ ਸਾਡੇ ਉਹ ਉੱਪਰ ਕਮਰੇ 'ਚ ਰਹਿੰਦੇ ਸੀ, ਮੈਂ ਨੀਚੇ ਖੜਾ ਸੀ, ਤਾਂ ਉਹਨਾਂ ਨੇ ਉੱਥੋਂ ਮੈਨੂੰ ਬੋਲਿਆ ਕਿ ਮੈਨੂੰ ਮਿਹਰਬਾਨ ਹੀ ਕਹਿੰਦੇ ਸੀ ਹਮੇਸ਼ਾ। ਅੱਛਾ, ਮਿਹਰਬਾਨ ਸਕੂਲ ਜਾ ਬੇਟੇ, ਮੈਂ ਤੈਨੂੰ ਬਰਫੀ ਦਿਆਂਗਾ ਜਦੋਂ ਤੂੰ ਆਏਗਾ ਸਕੂਲ। ਅੱਛਾ, ਅਜੇ ਵੀ ਯਾਦ ਆ ਚਿਹਰਾ ਉਹਨਾਂ ਦਾ, ਜਿਹਨੂੰ ਕਹਿੰਦੇ ਨਾ, ਮੈਂ ਦੱਸ ਵੀ ਨਹੀਂ ਸਕਦਾ ਕਿੰਨਾ ਜ਼ਿਆਦਾ ਪ੍ਰਭਾਵਸ਼ਾਲੀ ਸੀਗਾ ਉਸ ਵੇਲੇ ਉਹਨਾਂ ਫੇਸ, ਆਈਜ਼ ਉਹਨਾਂ ਦੀਆਂ। ਤੇ ਮੈਂ ਉਹਨਾਂ ਦੀ ਗੱਲ ਉਸੇ ਵੇਲੇ ਮੰਨ ਕੇ ਚਲਾ ਗਿਆ ਸਕੂਲ। ਮੈਂ ਪਿੰਡ ਸਕੂਲ ਨਹੀਂ ਸੀ ਜਾਣਾ ਚਾਹੁੰਦਾ ਉੱਥੇ, ਮੈਂ
ਪਰ ਫਿਰ ਵੀ ਉਹਨਾਂ ਦੇ ਕਹਿਣ ਤੇ ਚਲਾ ਗਿਆ ਉਸ ਦਿਨ। ਮੈਨੂੰ ਯਾਦ, ਅੱਜ ਵੀ ਯਾਦ ਹੈ ਚੰਗੀ। ਤੁਹਾਡਾ ਨਾਮ ਬਹੁਤ ਪਿਆਰਾ, ਇਹ ਨਾਮ ਪਿਤਾ ਜੀ ਦਾ ਦਿੱਤਾ ਹੋਇਆ ਜਾਂ ਮਾਤਾ ਜੀ ਦਾ? ਇਹ ਪਿਤਾ ਜੀ ਨੇ ਦਿੱਤਾ ਹੈ ਜੀ। ਬਹੁਤ ਪਿਆਰਾ ਨਾਮ ਹੈ। ਮੇਰੇ ਪਿਤਾ ਜੀ ਦੇ ਜਿਹੜੇ ਗੁਰੂ ਨੇ, ਹਾਂ ਹਾਂ, ਉਹ ਗੁਰੂ ਮੰਨਦੇ ਆ ਆਪਣਾ ਗੁਰੂ ਨਾਨਕ ਦੇਵ ਜੀ ਨੂੰ। ਅੱਛਾ। ਸੋ ਇਹ ਨਾਮ ਜਿਹੜਾ ਮੇਰਾ ਗੁਰਬਾਣੀ ਦੇ ਵਿੱਚੋਂ ਹੀ ਚੂਜ਼ ਕਰਕੇ ਰੱਖਿਆ ਗਿਆ ਹੈ। ਉਹਨਾਂ ਨੇ ਨਾਮ ਦਿੱਤਾ ਸੀ ਮੈਨੂੰ ਮਿਹਰਬਾਨ। ਮਿਹਰਬਾਨ ਜੀ, 50 ਸਾਲ ਹੋਣ ਲੱਗੇ ਆ ਸ਼ਿਵ ਕੁਮਾਰ ਨੂੰ ਇਸ ਦੁਨੀਆ ਤੋਂ ਗਿਆ ਨੂੰ। ਹਰ ਸਾਲ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸ਼ਿਵ ਕੁਮਾਰ ਬਾਰੇ ਬਹੁਤ ਗੱਲਬਾਤ ਚੱਲਦੀ ਹੈ, ਬਹੁਤ ਕੁਝ ਉਹਨਾਂ ਬਾਰੇ ਲਿਖਿਆ ਗਿਆ। ਬੜੇ ਲੋਕ ਨੇ, ਕਿਸੇ ਨੇ PhD ਕਰ ਦਿੱਤੀ, ਆਰਟੀਕਲਸ ਛਪਦੇ ਨੇ ਇਹਨਾਂ ਦਿਨਾਂ ਦੇ ਵਿੱਚ। ਜਦੋਂ ਤੁਸੀਂ ਖੁਦ ਇੱਕ ਬੇਟਾ ਹੋਣ ਦੇ ਨਾਤੇ ਇਹ ਸਾਰੀਆਂ ਚੀਜ਼ਾਂ ਪੜ੍ਹਦੇ ਹੋ, ਤੁਹਾਨੂੰ ਬਹੁਤ ਵਾਰੀ ਚੰਗਾ ਮਹਿਸੂਸ ਹੁੰਦਾ ਹੋਏਗਾ, ਬਹੁਤ ਵਾਰੀ ਉਹ ਪੜ੍ਹਦਿਆਂ ਕੋਈ ਹੋਰ ਤਰ੍ਹਾਂ ਦੀਆਂ ਭਾਵਨਾਵਾਂ ਆਉਂਦੀਆਂ ਹੋਣਗੀਆਂ ਕਿ ਕਿੰਨਾ ਕੁਝ ਸੱਚ ਲਿਖਿਆ ਜਾ ਰਿਹਾ ਹੈ ਜਾਂ ਕਿੰਨਾ ਕੁਝ ਝੂਠ ਲਿਖਿਆ ਜਾ ਰਿਹਾ ਹੈ ਜਾਂ ਕਿੰਨਾ ਕੁਝ ਸਹੀ ਹੈ ਜਾਂ ਗਲਤ ਹੈ। ਕਦੇ ਛਾਣਪੁਣ ਕਰਦੇ ਰਹੇ ਹੋ ਤੁਸੀਂ? ਹੁਣ ਤਾਂ ਤੁਹਾਡੀ ਵੀ ਉਮਰ ਕਾਫੀ ਹੋ ਗਈ ਹੈ, ਪਰ ਇੰਨੇ ਸਾਲਾਂ ਦੇ ਦੌਰਾਨ ਹਰ ਵਾਰ ਜਦ ਵੀ ਤੁਸੀਂ ਪੜ੍ਹਦੇ ਹੋ ਕੁਝ ਜਾਂ ਤੁਸੀਂ ਸੁਣਦੇ ਹੋ, ਤੁਸੀਂ ਜ਼ਰੂਰ ਉਹਨੂੰ ਕਿਤੇ ਨਾ ਕਿਤੇ ਤੋਲ ਕੇ ਦੇਖਦੇ ਹੋਵੋਗੇ। ਬਿਲਕੁਲ ਦੇਖਦਾ। ਹੁਣ ਤਾਂ ਮੈਂ ਇਹ ਕਹਾਂਗਾ ਵੀ ਮੇਰੇ ਫਾਦਰ ਜਿਹੜੇ ਉਹ ਜਵਾਨ ਹੀ ਰਹਿ ਗਏ, ਮੈਂ ਬੁੱਢਾ ਹੋ ਗਿਆ ਹੁਣ ਤਾਂ। ਬਿਲਕੁਲ ਠੀਕ ਹੈ ਨਾ। ਉਹ ਤਾਂ ਉਹਨਾਂ ਦਾ ਇਮੇਜ ਤਾਂ, ਉਹਨਾਂ ਦੀ ਜਿਹੜੀ ਲਾਈਫ ਆ ਉਹ ਤਾਂ ਹਮੇਸ਼ਾ ਸਦਾ ਉਸ ਤਰ੍ਹਾਂ ਹੀ ਚਮਕਣਗੇ, ਇੱਕ ਜਵਾਨ ਇਨਸਾਨ ਦੀ ਤਰ੍ਹਾਂ, ਹੈ ਨਾ ਜੀ। ਸੋ ਇੰਨੇ ਸਾਲਾਂ 'ਚ ਬੜਾ ਕੁਝ ਸਿੱਖਿਆ, ਬੜਾ ਕੁਝ ਸਮਝਿਆ ਵੀ ਹੈ, ਬੜਾ ਕੁਝ ਸੋਚਿਆ ਵੀ ਹੈ। ਤਕਰੀਬਨ ਮੈਂ ਕੋਸ਼ਿਸ਼ ਕਰਦਾ ਵੀ ਹਰ ਚੀਜ਼ ਪੜ੍ਹਾਂ, ਹਰ ਚੀਜ਼ ਸੁਣਾ ਜਿਹੜੀ ਉਹਨਾਂ ਬਾਰੇ ਕਹੀ ਜਾਂਦੀ ਹੈ। ਜਦੋਂ ਬੰਦਾ, ਹੁਣ ਜਿਵੇਂ ਤੁਸੀਂ ਥੋੜੀ ਦੇਰ ਪਹਿਲਾਂ ਹੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀਆਂ ਲਾਈਨਾਂ ਬੋਲ ਰਹੇ ਸੀਗੇ ਵੀ ਇਹ ਸਭ ਤੋਂ ਹਨੇਰਾ ਦਿਨ ਸੀਗਾ ਜੀ 1973 ਦਾ 6-7 ਮਈ ਦੀ ਰਾਤ ਜਿਹੜੀ ਹੈ ਸਭ ਤੋਂ ਹਨੇਰੀ ਰਾਤ ਮੰਨੀ ਜਾਂਦੀ। ਪਰ ਦੇਖੋ ਇਹਦੇ ਨਾਲ ਹੋਇਆ ਕੀ ਜੀ। ਸਾਡੀ ਜ਼ਿੰਦਗੀ ਤਾਂ ਹਨੇਰਾ ਹੈ, ਲੇਕਿਨ ਸ਼ਿਵ ਉਸ ਦਿਨ ਐਕਚੁਅਲ ਅਮਰ ਹੋ ਗਿਆ। ਸ਼ਿਵ ਸਦਾ ਲਈ ਹੋ ਗਿਆ ਜੀ। ਅਸੀਂ ਹੁਣ ਉਹਨੂੰ 1973 ਤੇ ਨਹੀਂ ਰੋਕ ਸਕਦੇ। ਜੇ ਰੁਕਣਾ ਹੁੰਦਾ 73 ਤੱਕ ਤਾਂ 50 ਸਾਲ ਬਾਅਦ ਗੱਲ ਨਹੀਂ ਸੀ ਹੋਣੀ ਉਹਦੀ। ਸੋ ਉਹ ਤਾਂ ਅਮਰ ਹੋ ਗਿਆ ਇਸ ਚੀਜ਼ ਦੇ ਨਾਲ। ਉਹ ਤਾਂ ਹੁਣ ਸਦਾ ਦੇ ਲਈ ਸਾਡਾ ਹੋ ਗਿਆ। ਸੋ ਠੀਕ ਹੈ, ਵਕਤ ਨਾਲ ਬੜੀ ਦੇਰ ਕਈ ਵਾਰ ਤੁਹਾਨੂੰ ਫਾਦਰ ਦੀ ਜ਼ਰੂਰਤ ਹੁੰਦੀ ਹੈ, ਪਿਤਾ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਹਰ ਜਗ੍ਹਾ ਉੱਤੇ, ਹਰ ਮੋੜ ਤੇ ਜ਼ਿੰਦਗੀ ਦੇ ਲੋੜ ਪੈਂਦੀ ਹੈ। ਪਰ ਠੀਕ ਹੈ, ਉਹਨਾਂ ਤੋਂ ਬਗੈਰ ਕੱਟਿਆ ਬਹੁਤ। ਸਾਡੇ ਮਦਰ ਨੇ ਬਹੁਤ, ਮੈਂ ਕਹਿ ਸਕਦਾ ਵੀ ਬਹੁਤ ਕੁਝ ਸਹਾਰਿਆ, ਬਹੁਤ ਕੁਝ ਦਿੱਤਾ ਸਾਨੂੰ। ਉਹਨਾਂ ਕਰਕੇ ਅੱਜ ਮੈਂ ਅਸੀਂ ਬੈਠੇ ਹਾਂ। ਸੋ ਆਪਣੇ ਫਾਦਰ ਕਰਕੇ ਵੀ ਜੇ ਉਹਨਾਂ ਦਾ ਕਰਮ ਹੀ ਇੰਨਾ ਸੱਚਾ ਸੀ ਕਿ ਸਾਰੀ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਹੈ। ਸੋ ਉਹਨਾਂ ਦੇ ਕਰਮ ਦੇ ਨਾਲ ਜਿੰਦਾ ਰਹੇ। ਬਿਲਕੁਲ। ਕੁਝ ਗੱਲਾਂ ਮੈਂ ਤੁਹਾਡੇ ਨਾਲ ਹੋਰ ਕਰਨੀਆਂ ਨੇ। ਤੁਸੀਂ ਆਪਣੀ ਮਦਰ ਦੀ ਵੀ ਗੱਲ ਕੀਤੀ ਹੈ, ਪਰ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਉਹ ਤਾਂ ਅਮਰ ਹੋ ਗਏ। ਅੱਜ ਕੱਲ੍ਹ ਬਹੁਤ ਪ੍ਰਸਿੱਧ ਆਪਣੇ ਗਾਇਕ ਨੇ ਸਤਿੰਦਰ ਸਰਤਾਜ, ਉਹਨਾਂ ਨੇ ਇੱਕ ਮਹਿਫਿਲ ਦੇ ਵਿੱਚ ਸ਼ਿਵ ਕੁਮਾਰ ਬਾਰੇ ਜਿਹੜੀ ਗੱਲ ਕੀਤੀ, ਉਹ ਮੈਂ ਸਾਡੀ ਸੁਣਨ ਵਾਲਿਆਂ ਨੂੰ ਸੁਣਾਉਣਾ ਚਾਹੁੰਦੀ ਹਾਂ, ਤੁਹਾਡੀ ਨਜ਼ਰ ਵੀ ਕਰ ਰਹੀ ਹਾਂ। ਜੀ ਜੀ। ਮੈਂ ਇੱਕ ਵਾਰੀ ਕਿਹਾ ਸੀਗਾ ਕਿ ਸੋਹਣਾ ਸ਼ਾਇਰ ਮੁੰਡਾ ਸ਼ਿਵ ਸੀ ਸ਼ਹਿਰ ਬਟਾਲੇ ਦਾ, ਜਿਹਨੇ ਬਿਰਹਾ ਨੂੰ ਕੋਈ ਰੰਗਤ ਨਵੀਂ ਚੜਾਈ। ਅੱਜ ਦਾ ਹਰ ਕੋਈ ਗਾਇਕ ਉਸ ਦੀ ਰਚਨਾ ਗਾ ਕੇ ਰੁਤਬੇ ਪਾਉਂਦਾ, ਉਸਨੇ ਵੇਖ ਪੰਜਾਬੀ ਦੁਨੀਆ ਵਿੱਚ ਮਹਿਕਾਈ। ਨਹੀਂ ਜੀ ਕਰਦਾ ਇੱਥੇ ਨਾਮ ਲਈਏ ਸਰਤਾਜ ਦਾ, ਉਹਦੇ ਕੋਲ ਤਾਂ ਨਾ ਰਾਜ ਹੈ ਨਾ ਤਾਜ ਹੈ। ਰੱਖੀ ਪਰਦੇ ਮੇਰੀ ਬੇਅਕਲੀ ਤੇ ਸਾਈਆਂ ਵੇ, ਲੱਜ ਪਾਲੀ ਤੇਰੇ ਹੱਥੀਂ ਹੁਣ ਇਸ ਬੰਦੇ ਦੀ ਲਾਜ ਹੈ। ਜੀ ਗਲਤੀ ਹੋ ਗਈ ਮੈਥੋਂ ਖੁਦ ਨੂੰ ਸ਼ਾਇਰ ਕਹਿ ਬੈਠਾ, ਮੇਰੇ ਵਰਗੇ ਤਾਂ ਸ਼ਾਇਰਾਂ ਦੀਆਂ ਜੁੱਤੀਆਂ ਝਾੜਦੇ। ਕੀ ਕੋਈ ਬੈਠ ਸੁਣਾਵੇ ਆਲਮ ਫਾਜ਼ਿਲ ਲੋਕਾਂ ਨੂੰ, ਕੀ ਕਰੀਏ ਉੱਚੀਆਂ ਸੋਚਾਂ ਵਾਲੇ ਪੜ੍ਹ ਕਾਗਜ਼ ਨੂੰ ਫਾੜਦੇ। ਸੋ ਇਹ ਗੱਲ ਸਤਿੰਦਰ ਸਰਤਾਜ ਹੁਣਾਂ ਨੇ ਕੀਤੀ ਹੈ ਸ਼ਿਵ ਕੁਮਾਰ ਬਾਰੇ। ਦੇਖੋ, ਬਹੁਤ ਜਿਹੜੇ ਗਾਇਕ ਕਲਾਕਾਰ ਨੇ ਜਿਨ੍ਹਾਂ ਨੇ ਸ਼ਿਵ ਨੂੰ ਗਾਇਆ, ਉਹ ਵੀ ਅਮਰ ਹੋ ਗਏ, ਜਿਨ੍ਹਾਂ ਦੇ ਵਿੱਚ ਜਗਜੀਤ ਸਿੰਘ ਹੁਣਾਂ ਦਾ ਵੀ ਇੱਕ ਨਾਮ ਆਉਂਦਾ ਹੈ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ਤਾਂ ਉਹਨਾਂ ਦੇ ਬੇਟੇ ਹੋ, ਤੁਸੀਂ ਆਪਾਂ ਜਦੋਂ ਫਿਲਮਾਂ ਦੀ ਗੱਲ ਕਰਦੇ ਹਾਂ, ਜਿਹੜੇ ਸਟਾਰ ਪੁੱਤਰ ਹੁੰਦੇ ਆ ਜਾਂ ਸਟਾਰ ਪੁੱਤਰੀਆਂ ਹੁੰਦੀਆਂ, ਉਹਨਾਂ ਨੂੰ ਬਹੁਤ ਲਾਹਾ ਹੁੰਦਾ, ਬਹੁਤ ਉਹਨਾਂ ਨੂੰ ਫਾਇਦਾ ਹੁੰਦਾ। ਅਤੇ ਅੱਜ ਮੈਂ ਜੇ ਤੁਹਾਨੂੰ ਪੁੱਛਾਂ ਕਿ ਸ਼ਿਵ ਕੁਮਾਰ ਬਟਾਲਵੀ ਕੁਮਾਰ ਬਟਾਲਵੀ ਦੇ ਬੇਟਾ ਹੋਣ ਦੇ ਨਾਤੇ ਮਿਹਰਬਾਨ ਬਟਾਲਵੀ ਨੂੰ ਕੀ ਫਾਇਦਾ ਹੋਇਆ? ਕਦੇ ਉਹਨੇ ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾਂ ਕੀ ਨੁਕਸਾਨ ਹੋਇਆ?
ਹਾਂ ਨਹੀਂ, ਨੁਕਸਾਨ ਤਾਂ ਕੀ ਹੋਣਾ ਜੀ। ਇਸ ਤਰ੍ਹਾਂ ਹੈ, ਇੱਜ਼ਤ ਮਿਲੀ। ਹੂੰ ਜਿਹੜੇ ਸਭ ਤੋਂ ਵੱਡੀ ਪੂੰਜੀ ਹੈ ਬੰਦੇ ਦੀ ਜ਼ਿੰਦਗੀ ਦੀ, ਉਹ ਹੁੰਦੀ ਹੈ ਇੱਜ਼ਤ। ਜੀ। ਸ਼ਿਵ ਦਾ ਬੱਚਾ ਹੋਣ ਨਾਲ ਮੈਂ ਕੁਛ ਵੀ ਨਹੀਂ ਹਾਂ, ਮੈਂ ਹੂੰ ਕੌਣ ਹਾਂ, ਕੁਛ ਵੀ ਨਹੀਂ, ਠੀਕ ਹੈ ਹੂੰ ਨਾ, ਕੋਈ ਵੀ ਨਹੀਂ। ਪਰ ਸ਼ਿਵ ਦਾ ਬੇਟਾ ਹੋਣ ਕਰਕੇ ਜਿੰਨੀ ਇੱਜ਼ਤ, ਜਿੰਨਾ ਪਿਆਰ ਸਾਨੂੰ ਮਿਲਿਆ ਹੈ, ਹੂੰ ਜਾਂ ਜਿੰਨੀ ਸਾਡੀ ਇਹ ਦੌਲਤ ਜਿੰਨੀ ਸਾਡੇ ਕੋਲ ਹੈ, ਉਹ ਸ਼ਾਇਦ ਕਿਸੇ ਕੋਲ ਵੀ ਨਹੀਂ ਹੋਏਗੀ। ਜੇ ਆਪਾਂ ਗੱਲ ਕਰ ਰਹੇ ਨੇ, ਤੇ ਮੇਰੀ ਕੀ ਔਕਾਤ ਹੈ, ਮੈਂ ਕਿਉਂ ਇੱਥੇ ਬੈਠ ਕੇ ਗੱਲ ਤੁਹਾਡੇ ਨਾਲ ਕਰ ਸਕਦਾ? ਹੂੰ ਮੇਰੀ ਕੋਈ ਔਕਾਤ ਹੀ ਨਹੀਂ ਹੈ। ਇਹ ਸਾਰਾ ਜਿਹੜਾ ਪ੍ਰਤਾਪ ਹੈ, ਇਹ ਸ਼ਿਵ ਦਾ ਹੈ, ਜਿਹੜਾ ਜਿਹੜਾ ਆਸ਼ੀਰਵਾਦ ਦੀ ਤਰ੍ਹਾਂ ਸਾਨੂੰ ਮਿਲਿਆ ਹੋਇਆ ਹੈ। ਹੂੰ ਤੇ ਸਾਡੇ ਮਦਰ ਨੇ ਸਾਨੂੰ ਇਹੀ ਕਿਹਾ ਹਮੇਸ਼ਾ ਕਿ ਆਪਣੇ ਫਾਦਰ ਦਾ ਨਾਮ ਨਹੀਂ ਵਰਤਣਾ ਕਿਤੇ ਵੀ, ਕਿਤੇ ਜਾ ਕੇ ਨਹੀਂ ਕਹਿਣਾ ਮੈਂ ਸ਼ਿਵ ਦਾ ਮੁੰਡਾ। ਹੂੰ ਇਹਦੇ ਨਾਲ ਉਸਦੀ ਇੱਜ਼ਤ ਖਰਾਬ ਹੋਏਗੀ। ਅੱਛਾ। ਕਦੇ ਕਿਸੇ ਨੂੰ ਇਹ ਨਹੀਂ ਕਹਿਣਾ ਜਾ ਕੇ ਵੀ ਮੈਂ ਆ ਕੇ ਮੈਂ ਤਾਂ ਸ਼ਿਵ ਦਾ ਮੁੰਡਾ, ਮੈਨੂੰ ਫਲਾਣੀ ਚੀਜ਼ ਦਿੱਤੀ ਜਾਏ। ਹੂੰ ਇਹ ਮੈਨੂੰ ਲੱਗਦਾ ਇਹ ਸਭ ਤੋਂ ਵੱਡੀ ਚੀਜ਼ ਹੈ। ਤੇ ਜਿਹੜੇ ਇਹਦੇ ਕਰਕੇ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ, ਉਹਨਾਂ ਤੇ ਜ਼ਰੂਰ ਪ੍ਰਭਾਵ ਪੈਂਦਾ। ਠੀਕ ਹੈ, ਮੈਨੂੰ ਨੌਕਰੀ ਨਹੀਂ ਮਿਲ ਸਕੀ ਟਾਈਮ ਸਿਰ, ਹੂੰ ਮੈਂ ਕਿਸੇ ਦੇ ਹਾੜੇ ਨਹੀਂ ਕੱਢ ਸਕਿਆ, ਮੈਂ ਕਿਸੇ ਦੇ ਤਰਲੇ ਨਹੀਂ ਕੱਢੇ ਜਾ ਕੇ ਵੀ ਮੈਨੂੰ ਨੌਕਰੀ ਦਿੱਤੀ ਜਾਏ ਜ਼ਰੂਰ। ਹੂੰ ਉਹ ਇਹਨਾਂ ਸਾਰੀਆਂ ਗੱਲਾਂ ਕਰ, ਠੀਕ ਹੈ, ਉਹ ਸਾਰਾ ਕੁਝ ਚੱਲਦਾ, ਉਹ ਸਾਰਾ ਕੁਝ ਹੈ। ਮੈਨੂੰ ਸਿਰਫ ਇੱਕੋ ਚੀਜ਼ ਦਾ ਅਫਸੋਸ ਹੁੰਦਾ ਹੈ, ਜਦੋਂ ਮੇਰੇ ਫਾਦਰ ਦੇ ਨਾਮ ਤੇ ਲੋਕ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ ਕਿਵੇਂ? ਖਾਣ ਪੀਣ ਦੇ ਲਈ। ਉਹ ਕਿਵੇਂ? ਹੁਣ ਜਿਵੇਂ ਹੁਣ ਥੋੜੇ ਦਿਨ ਪਹਿਲਾਂ ਡਾਕਟਰ ਨਰੇਸ਼ ਹੈ, ਉਹ ਮੈਨੂੰ ਫੋਨ ਕਰਦੇ ਰਹੇ ਕਾਫੀ ਦੇਰ, ਧਰਮਸ਼ਾਲਾ ਸ਼ਾਇਦ ਪੜ੍ਹਾਉਂਦੇ ਨੇ, ਹੂੰ ਵੀ ਆਪਾਂ ਕੁਝ ਕਰਦੇ ਹਾਂ ਸ਼ਿਵ ਦੇ ਲਈ, ਬਣਾਉਂਦੇ ਹਾਂ ਕੋਈ ਚੀਜ਼। ਮੈਂ ਉਹ ਅੱਛਾ। ਕਿਹਾ ਠੀਕ ਹੈ। ਉਹ ਮੈਨੂੰ ਸੀ ਵੀ ਉਹਨਾਂ ਨੇ ਸ਼ਾਇਦ ਕੋਈ ਜਿਹਨੂੰ ਕਹਿੰਦੇ ਨਾ ਵੀ ਕੋਈ ਗ੍ਰੰਥ ਤਿਆਰ ਕਰਨਾ ਹੈ, ਹੂੰ ਜਿਹਦੇ ਸ਼ਰਧਾਂਜਲੀ ਦੇਣਗੇ ਉਹਨਾਂ ਨੂੰ, ਹੈ ਨਾ। ਅੱਛਾ। ਤੇ ਹੁਣ ਉਹਨਾਂ ਨੇ ਇੱਕ ਸੰਸਥਾ ਜੀ ਬਣਾ ਕੇ, ਉਹਦੇ ਵਿੱਚ ਮੇਰੇ ਤਾਇਆ ਜੀ ਦੇ ਬੇਟੇ ਨੂੰ ਉੱਥੇ ਸਰਪ੍ਰਸਤ ਬਣਾ ਕੇ ਸਾਰਾ ਇਸ ਤਰ੍ਹਾਂ ਬਿਠਾਇਆ ਉਸ ਉੱਤੇ। ਹੂੰ ਤਾਂ ਮੈਨੂੰ ਬੜਾ ਅਫਸੋਸ ਹੈ। ਤੇ ਉਹਦੇ ਚੋਂ ਉਹ ਤਰੀਕਾ ਕੀ ਹੈ ਵੀ ਪੈਸੇ ਇਕੱਠੇ ਕਰੋ ਲੋਕਾਂ ਨੂੰ ਕੋਈ ਵੀ ਫਲਾਣਾ ਕੰਮ ਕਰਨਾ ਪੈਸਾ ਦਿਓ, ਫਲਾਣੀ ਚੀਜ਼ ਕਰਨੀ ਹੈ ਪੈਸਾ ਦਿਓ, ਹਨਾ। ਤੇ ਇਹ ਚੀਜ਼ ਨਹੀਂ ਚੰਗੀ ਲੱਗਦੀ। ਦੇਖੋ, ਜੇ ਐਦਾਂ ਦੀ ਗੱਲ ਹੁੰਦੀ ਤਾਂ ਸ਼ਿਵ ਬਿਨਾਂ ਇਲਾਜ ਦੇ ਕਦੇ ਦੁਨੀਆ ਤੋਂ ਨਾ ਜਾਂਦਾ। ਹੂੰ ਉਹਨੇ ਤਾਂ ਕਿਸੇ ਤੋਂ ਕੁਝ ਨਹੀਂ ਮੰਗਿਆ। ਉਹਨਾਂ ਨੂੰ ਉਸ ਟਾਈਮ ਦੇ ਜਿਹੜੇ ਫਾਈਨਾਂਸ ਮਿਨਿਸਟਰ ਸੀਗੇ ਪੰਜਾਬ ਦੇ, ਉਹਨਾਂ ਨੇ ਕਿਹਾ ਵੀ ਤੂੰ ਕਹਿ ਤਾਂ ਸਹੀ ਗਵਰਨਮੈਂਟ ਨੂੰ ਇੱਕ ਵਾਰੀ ਕਿ ਅੱਛਾ। ਮੈਨੂੰ ਲੋੜ ਹੈ ਪੈਸੇ ਦੀ। ਹੂੰ ਤੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਮੈਂ ਭਿਖਾਰੀ ਹਾਂ, ਹੂੰ ਮੈਂ ਕਿਉਂ ਮੰਗਾਂਗਾ? ਜੇ ਮੇਰੀ ਕੋਈ ਇੱਜ਼ਤ ਹੈ, ਜੇ ਤੁਸੀਂ ਸੋਚ ਜਾਓ ਕਿ ਮੈਂ ਕੁਝ ਹੈਗਾ, ਤਾਂ ਤੁਸੀਂ ਖੁਦ ਕਹੋਗੇ ਮੈਨੂੰ ਵੀ ਤੈਨੂੰ ਇਹ ਚੀਜ਼ ਮਿਲਣੀ ਚਾਹੀਦੀ। ਜੇ ਮੈਂ ਮੰਗਾਂਗਾ ਤਾਂ ਉਹ ਸਨਮਾਨ ਕਿਸ ਗੱਲ ਦਾ ਹੋਏਗਾ? ਸੋ ਇਸ ਕਰਕੇ ਇਹ ਚੀਜ਼ਾਂ ਮੈਂ ਤਾਂ ਸਗੋਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਪੰਜਾਬ ਦੀ, ਕਿ ਇਸ ਨੂੰ ਬੰਦ ਕਰਾਇਆ ਜਾਏ। ਇਸ ਤਰ੍ਹਾਂ ਚੀਜ਼ਾਂ ਨੂੰ, ਇਹਨਾਂ ਨੂੰ ਉੱਠਣ ਨਾ ਦਿੱਤਾ ਜਾਏ। ਇਹਦੀ ਬਜਾਏ ਜਿਵੇਂ ਪੰਜਾਬੀ ਯੂਨੀਵਰਸਿਟੀ ਹੈ, ਜਿਹੜਾ ਕਿ ਟੀਚਰ ਦੇ ਲਈ, ਪੰਜਾਬੀ ਦੇ ਲਈ ਕੰਮ ਕਰ ਰਹੀ ਹੈ, ਉੱਥੇ ਕੋਈ ਚੇਅਰ ਬਣਾਈ ਜਾਏ। ਅੱਛਾ। ਜਿਹਦੇ ਉੱਤੇ ਕੰਮ ਹੋਏ। ਇਹਦੀ ਬਜਾਏ ਕੋਈ ਵੀ ਲੋਕ ਉੱਠ ਕੇ ਲੋਕਾਂ ਤੋਂ ਪੈਸੇ ਮੰਗੇ ਜਾਣ, ਸ਼ਿਵ ਨੂੰ ਚਾਹਣ ਵਾਲੇ ਲੋਕਾਂ ਦੇ ਲਈ, ਮਤਲਬ ਇਹ ਤਾਂ ਉਹਨਾਂ ਨੇ ਤਾਂ ਦੇ ਦੇਣੇ ਪੈਸੇ ਜਦੋਂ ਮੰਗਣੇ ਕਿਸੇ, ਤੇ ਨਾਮ ਸਾਡਾ ਵਰਤਿਆ ਜਾ ਰਿਹਾ ਵੀ ਪਰਿਵਾਰ ਨਾਲ। ਸੋ ਇਹ ਚੀਜ਼ਾਂ ਗਲਤ ਨੇ। ਸੋ ਉਸ ਤੁਸੀਂ ਬੱਚੇ ਨੂੰ ਪੜਾਇਆ, ਤੁਹਾਨੂੰ ਲੱਗਦਾ ਕਿ ਜੇ ਸ਼ਿਵ ਦਾ ਨਾਮ ਅਸੀਂ ਵਾਕਈ ਉਹਨੂੰ ਕਿਸੇ ਤਰ੍ਹਾਂ ਦਾ ਸਨਮਾਨ ਹੋਰ ਦੇਣਾ ਚਾਹੁੰਦੇ ਹਾਂ, ਕਿਸੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਨਾਮ ਦੀ ਚੇਅਰ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ। ਕਿਸੇ ਤਰ੍ਹਾਂ ਦੀ ਕੋਈ ਸੰਸਥਾ ਬਣਾਈ ਜਾਣ ਦੀ ਜ਼ਰੂਰਤ ਨਹੀਂ ਹੈਗੀ। ਖੈਰ, ਉਹ ਸੰਸਥਾ ਕੀ ਕਰ ਰਹੀ ਹੈ, ਕੀ ਕਰਨਾ ਚਾਹੁੰਦੀ ਆ, ਫਿਲਹਾਲ ਮੈਨੂੰ ਤਾਂ ਇਸ ਬਾਰੇ ਕੋਈ ਇਲਮ ਨਹੀਂ ਹੈ। ਤੁਸੀਂ ਬਿਹਤਰ ਜਾਣਦੇ ਹੋਵੋਗੇ ਕਿ ਕਾਹਦੇ ਲਈ ਉਹ ਸੰਸਥਾ ਬਣਾਈ ਗਈ ਹੈ ਜਾਂ ਕਾਹਦੇ ਲਈ ਨਹੀਂ ਬਣਾਈ ਗਈ। ਇੱਕ ਕਮਰਸ਼ੀਅਲ ਬ੍ਰੇਕ 'ਤੇ ਖਬਰਾਂ ਦਾ ਸਮਾਂ ਹੋ ਰਿਹਾ, ਪਰ ਉਸ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਹੋਣਾ ਦੇ ਆਪਣੇ ਬੋਲ ਆਪਾਂ ਆਪਣੇ ਸੁਣਨ ਵਾਲਿਆਂ ਦੀ ਨਜ਼ਰ ਕਰ ਰਹੇ ਹਾਂ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ, ਸਾਡਾ ਹੰਝ ਦੀ ਜੂਨ ਆਇਆਂ ਦਾ, ਸਾਡਾ ਦਿਲ ਜਲਿਆਂ ਦਿਲਗੀਰਾਂ ਦਾ। ਇਹ ਜਾਣਦਿਆਂ ਕੁਝ ਸ਼ੌਖ ਜਿਹੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ, ਰੰਗਾਂ ਦਾ ਹੀ ਨਾ ਤਸਵੀਰਾਂ ਹੈ। ਜਦ ਹਟ ਗਏ ਅਸੀਂ ਇਸ਼ਕੇ ਦੀ, ਮੁੱਲ ਕਰ ਬੈਠੇ ਤਸਵੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਬਹੁਤ ਸਾਰੀਆਂ ਜਿਹੜੀਆਂ ਖਾਸ ਗੱਲਾਂ ਨੇ ਉਹ ਇਹੋ ਜਿਹੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਸ਼ਿਵ ਕੁਮਾਰ ਬਟਾਲਵੀ ਦੇ ਵਿੱਚ ਹੀ ਸਨ।
ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ, ਉਹਨਾਂ ਦੀਆਂ ਰਚਨਾਵਾਂ ਨੇ, ਬਿਰਹਾ ਤੂ ਸੁਲਤਾਨ, ਇਸ ਤੋਂ ਇਲਾਵਾ ਲੰਬੀ ਲਿਸਟ ਹੈ। ਖਾਸ ਕਰਕੇ ਮੈਂ ਲੂਣਾ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਲੂਣਾ ਦੀ ਵਜ੍ਹਾ ਕਰਕੇ ਹੀ ਉਹਨਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਐਵਾਰਡ ਮਿਲਿਆ ਸੀ ਅਤੇ ਉਹ ਪੰਜਾਬੀ ਦੇ ਸਭ ਤੋਂ ਛੋਟੀ ਉਮਰ ਦੇ ਸ਼ਾਇਰ ਬਣ ਗਏ ਸਨ ਜਿਨ੍ਹਾਂ ਨੂੰ ਇਹ ਸਨਮਾਨ ਹਾਸਲ ਹੋਇਆ ਸੀ। ਜੀ ਇੰਨੀ ਨਿੱਕੀ ਉਮਰ ਦੇ ਵਿੱਚ ਇੰਨਾ ਪਿਆਰ ਮਿਲਣਾ, ਇੰਨਾ ਮਾਨ ਸਨਮਾਨ, ਇਹ ਸਾਰਾ ਕੁਝ ਸ਼ਿਵ ਦੇ ਹੀ ਹਿੱਸੇ ਆਇਆ। ਥੋੜ੍ਹੀ ਜਿਹੀ ਉਹਨਾਂ ਦੀ ਜੇ ਜੀ ਕਵਿਤਾ ਦੀ ਗੱਲ ਕਰੀਏ, ਕਵਿਤਾ ਦੀ ਜਿਹੜੀ ਖਾਸੀਅਤ ਸਮਝੀ ਜਾਂਦੀ ਹੈ ਉਹ ਖਾਸ ਤਰ੍ਹਾਂ ਦੇ ਬਿੰਬ ਜਿਹੜੇ ਉਹਨਾਂ ਦਾ ਇਸਤੇਮਾਲ ਕਰਦੇ ਸੀ। ਉਹਨਾਂ ਦੇ ਕੋਲ ਜਿਹੜਾ ਸ਼ਬਦਾਂ ਦਾ ਭੰਡਾਰ ਸੀ ਉਹ ਸੀ। ਜੀ ਤੁਸੀਂ ਆਪਣੇ ਪਿਤਾ ਜੀ ਨੂੰ ਪੜ੍ਹਿਆ ਹੋਏਗਾ। ਇੱਕ ਸਧਾਰਨ ਪਾਠਕ ਦੇ ਤੌਰ 'ਤੇ ਪੜ੍ਹਨਾ ਇੱਕ ਵੱਖਰੀ ਗੱਲ ਹੈ, ਇੱਕ ਆਪਣੇ ਬਾਪ ਦੀ ਰਚਨਾ ਨੂੰ ਪੜ੍ਹਨਾ ਉਹ ਇੱਕ ਵੱਖਰੀ ਗੱਲ ਹੈ। ਕਦੇ ਤੁਸੀਂ ਇਸ ਚੀਜ਼ ਨੂੰ ਵੱਖਰਾ ਕਰਕੇ ਦੇਖਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਤੁਸੀਂ ਸਿਰਫ ਇੱਕ ਪਾਠਕ ਦੇ ਤੌਰ 'ਤੇ ਹੀ ਪੜ੍ਹਦੇ ਹੋ ਜਦੋਂ ਉਹਨਾਂ ਨੂੰ ਪੜ੍ਹਦੇ ਹੋ? ਨਹੀਂ, ਮੈਂ ਹਮੇਸ਼ਾ ਪਾਠਕ ਦੇ ਤੌਰ ਤੇ ਪੜ੍ਹਦਾ ਹਾਂ ਜਦੋਂ ਪੜ੍ਹਨਾ। ਹਾਂ। ਤੇ ਇਹਨਾਂ ਦੋਵਾਂ ਚੀਜ਼ਾਂ 'ਚ ਅੰਤਰ ਬਹੁਤ ਹੈ। ਪਿਤਾ ਦੇ ਜਿਹੜੇ ਮੈਂ ਦੇਖਿਆ ਨੇ ਉਹਨਾਂ ਨੂੰ ਉਸ ਤਰੀਕੇ ਨਾਲ, ਤੁਹਾਨੂੰ ਸਹੀ ਦੱਸਾਂ, ਹੂੰ। ਮੈਂ ਜ਼ਿਆਦਾਤਰ ਜਿਹੜੇ ਲੋਕਾਂ ਤੋਂ ਸੁਣਿਆ ਕੀਤਾ ਤਾਂ ਹੌਲੀ ਹੌਲੀ ਕਿਉਰਿਓਸਿਟੀ ਬਣਦੀ ਜਾਂਦੀ ਹੈ ਬੰਦੇ ਨੂੰ, ਮੈਂ ਪੜ੍ਹਾਂ ਕੀ ਚੀਜ਼ ਹੈ, ਮੇਰੇ ਫਾਦਰ ਕੀ ਨੇ, ਹੂੰ। ਹੈ ਨਾ। ਤਾਂ ਮੈਂ ਬਚਪਨ ਤੋਂ ਪੜ੍ਹਨਾ ਸ਼ੁਰੂ ਕੀਤਾ। ਮੈਂ ਨਹੀਂ ਕਹਿੰਦਾ ਬਚਪਨ 'ਚ ਸਮਝ ਆ ਗਈ ਮੈਨੂੰ ਸਾਰੀ, ਸਮਝ ਅਜੇ ਵੀ ਸ਼ਾਇਦ ਬਹੁਤ ਕੁਝ ਨਾ ਹੋਏ। ਬੰਦਾ ਜਿਵੇਂ ਜਿਵੇਂ ਗਰੋ ਕਰਦਾ ਉਹਦੀ ਸਮਝ ਬਦਲਦੀ ਜਾਂਦੀ ਹੈ ਆਪਣੇ ਕੱਦ ਦੇ ਹਿਸਾਬ ਨਾਲ ਹੀ। ਬਾਕੀ ਜਿੰਨੀ ਤੁਹਾਡਾ ਕੱਦ ਹੈ ਉਹਦੇ ਹਿਸਾਬ ਨਾਲ ਸਮਝ ਆਉਂਦੀ ਹੈ ਪੋਇਟਰੀ ਦਾ ਖਾਸ ਤੌਰ ਤੇ। ਅੱਛਾ, ਇੱਕ ਥੋੜ੍ਹਾ ਹੋਰ ਮੈਂ ਵੱਖਰਾ ਕਰਕੇ ਪੁੱਛਣਾ ਚਾਹੁੰਦੀ, ਮੈਨੂੰ ਹੁਣੇ ਮੇਰੇ ਦਿਮਾਗ 'ਚ ਇਹ ਚੀਜ਼ ਆ ਰਹੀ ਆ। ਜੀ ਜਦੋਂ ਜੀ ਅਸੀਂ ਪੜ੍ਹਦੇ ਹੁੰਦੇ ਸੀ ਜਾਂ ਕੋਈ ਵੀ ਜਿਹੜਾ ਪੰਜਾਬੀ ਦਾ ਸਟੂਡੈਂਟ ਹੈ ਉਹ ਪੜ੍ਹਦਾ ਹੁੰਦਾ ਹੋਊਗਾ, ਉਹ ਹਾਂਜੀ ਸ਼ਿਵ ਕੁਮਾਰ ਬਟਾਲਵੀ ਨੂੰ ਅਸੀਂ ਜ਼ਰੂਰ ਸਕੂਲ ਦੇ ਵਿੱਚ ਅਤੇ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ। ਜਦੋਂ ਜੀ ਤੁਸੀਂ ਇੱਕ ਸਟੂਡੈਂਟ ਦੇ ਤੌਰ ਦੇ ਉੱਤੇ ਇਸ ਤਰ੍ਹਾਂ ਸਕੂਲ ਦੇ ਵਿੱਚ, ਕਲਾਸ ਦੇ ਵਿੱਚ, ਕਾਲਜ ਦੇ ਵਿੱਚ ਸ਼ਿਵ ਕੁਮਾਰ ਨੂੰ ਪੜ੍ਹਦੇ ਸੀ, ਤੁਹਾਡਾ ਟੀਚਰ ਜੀ ਤੁਹਾਨੂੰ ਪੜ੍ਹਾ ਰਿਹਾ ਹੁੰਦਾ ਸੀ, ਉਦੋਂ ਦਾ ਥੋੜ੍ਹਾ ਜਿਹਾ ਹਾਂਜੀ ਆਪਣੇ ਉਹ ਮੂਮੈਂਟਸ ਸਾਂਝੇ ਜ਼ਰੂਰ ਕਰੋ ਅਤੇ ਤੁਹਾਨੂੰ ਉਸ ਵੇਲੇ ਕਿਵੇਂ ਮਹਿਸੂਸ ਹੁੰਦਾ ਸੀ? ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਤੁਸੀਂ ਸਿਰਫ ਉਸ ਵੇਲੇ ਸ਼ਿਵ ਨੂੰ ਇੱਕ ਪੋਇਟ ਦੇ ਤੌਰ 'ਤੇ ਨਹੀਂ ਦੇਖ ਰਹੇ ਹੁੰਦੇ ਹੋਵੋਗੇ, ਕਿਉਂਕਿ ਮੈਨੂੰ ਲੱਗਦਾ ਕਿ ਬੱਚੇ ਤੁਹਾਡੇ ਵੱਲ ਵੀ ਦੇਖ ਰਹੇ ਹੁੰਦੇ ਹੋਣਗੇ ਉਸ ਵੇਲੇ, ਤੁਸੀਂ ਵੀ ਕੁਝ ਖਾਸ ਮਹਿਸੂਸ ਕਰ ਰਹੇ ਹੁੰਦੇ ਹੋਵੋਗੇ। ਪਰ ਐਗਜ਼ੈਕਟਲੀ ਤੁਸੀਂ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਸੀ? ਹਾਂਜੀ, ਮੈਂ ਸਾਰੇ ਸਟੂਡੈਂਟਸ ਦੀ ਤਰ੍ਹਾਂ ਹੀ ਮਹਿਸੂਸ ਕਰਦਾ ਸੀ, ਕਿਉਂਕਿ ਤੁਹਾਨੂੰ ਮੈਂ ਦੱਸਿਆ ਸਾਡੇ ਮਦਰ ਨੇ ਹਾਂ ਸਾਨੂੰ ਹਾਂ। ਹਮੇਸ਼ਾ ਇਹ ਕਿਹਾ ਵੀ ਫਾਦਰ ਨੇ ਜਿਹੜੇ ਕਵੀ ਹੈ ਕਵੀ ਹੈ, ਠੀਕ ਹੈ ਨਾ। ਇਹਨਾਂ ਦੋਵਾਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਨਾ ਕਦੇ ਵੀ ਕਰੋ। ਅੱਛਾ। ਕਿਉਂਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ, ਉਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ ਬੜਾ ਕੁਝ ਉਹਨਾਂ ਬਾਰੇ ਛਪੇਗਾ, ਬੜਾ ਕੁਝ ਉਹਨਾਂ ਬਾਰੇ ਲਿਖਿਆ ਜਾਂਦਾ ਹੈ, ਹੂੰ। ਤੇ ਵਕਤ ਦੇ ਨਾਲ ਤੁਹਾਨੂੰ ਮੈਂ ਸਾਰਾ ਸੱਚ ਵੀ ਦੱਸੂਗੀ, ਸਾਰਾ ਕੁਝ ਦੱਸਾਂਗੇ ਜ਼ਿੰਦਗੀ ਦੇ ਵਿੱਚ ਕੀ ਸੀਗੇ ਉਹ, ਕਿਸ ਤਰ੍ਹਾਂ ਦੀਆਂ ਗੱਲਾਂ ਜੁੜਦੀਆਂ ਹੈ। ਹੂੰ। ਤੇ ਜਦੋਂ ਤੁਹਾਨੂੰ ਉਹ ਕਵੀ ਦੇ ਤੌਰ ਤੇ ਪੜ੍ਹਾਏ ਜਾਂਦੇ ਉਸ ਤਰੀਕੇ ਨਾਲ ਹੀ ਦੇਖਣਾ ਹੈ। ਬਾਕੀ ਬੜੇ ਇਨੋਸੈਂਟ ਹੁੰਦੇ ਸੀ ਅਸੀਂ ਲੋਕ, ਉਹ ਜ਼ਮਾਨਾ ਹੋਰ ਸੀਗਾ। ਹੂੰ। ਉਦੋਂ ਕਿਹੜਾ ਕੋਈ ਫੋਨ ਸੀਗੇ, ਇਹ ਵੀ ਨਹੀਂ ਸੀ ਪਤਾ ਹੁੰਦਾ ਪੜ੍ਹਾ ਰਹੇ ਨੇ ਵੀ ਚਲ ਪੜ੍ਹ ਲਿਆ ਜਿਸ ਤਰ੍ਹਾਂ ਪੜ੍ਹਿਆ ਉਸ ਤਰ੍ਹਾਂ। ਲੇਕਿਨ ਇਹ ਵੀ ਹਾਂ, ਮਾਣ ਜ਼ਰੂਰ ਮਹਿਸੂਸ ਹੁੰਦੇ ਸੀ ਇਸ ਗੱਲ ਤੇ ਵੀ ਮੇਰੇ ਫਾਦਰ ਦੀ ਕਵਿਤਾ ਪੜ੍ਹਾਈ ਜਾ ਰਹੀ ਹੈ। ਹੂੰ। ਪਰ ਇਹ ਉਹਦੇ ਨਾਲ ਇਹ ਨਹੀਂ ਹੁੰਦਾ ਵੀ ਕੋਈ ਕਿਸੇ ਤਰ੍ਹਾਂ ਦਾ ਕੁਝ ਲੱਗੇ ਵੀ ਮੈਂ ਵੱਖਰਾ ਕਰ ਬੈਠਾ ਹਾਂ ਜਾਂ ਇਸ ਤਰ੍ਹਾਂ। ਇਹ ਵਕਤ ਦੇ ਨਾਲ ਜ਼ਰੂਰ ਮੈਨੂੰ ਲੱਗਿਆ ਵੀ ਮੈਨੂੰ ਕੁਝ ਚੀਜ਼ਾਂ ਸਮਝ ਜਿਹੜੀਆਂ ਬਾਕੀ ਲੋਕਾਂ ਨਾਲੋਂ ਵੱਖਰੀਆਂ ਆਈਆਂ, ਕਿਉਂਕਿ ਮੈਨੂੰ ਉਹਨਾਂ ਦੀ ਬਾਕੀ ਲਾਈਫ ਬਾਰੇ ਵੀ ਪਤਾ ਲੱਗਣਾ ਸ਼ੁਰੂ ਹੋਇਆ। ਹੂੰ। ਹੂੰ। ਮੇਰੇ ਮਦਰ ਤੋਂ ਵੀ ਪਤਾ ਲੱਗਿਆ ਕਿੱਦਾਂ ਦੀ ਪਰਸਨੈਲਿਟੀ ਸੀ, ਉਹ ਕਿੱਦਾਂ ਦੇ ਸੀਗੇ, ਕੀ ਕਰਦੇ ਸੀ, ਉਹਨਾਂ ਦੇ ਦੋਸਤਾਂ ਮਿੱਤਰਾਂ ਤੋਂ ਪਤਾ ਲੱਗਿਆ। ਤਾਂ ਹੌਲੀ ਹੌਲੀ ਉਹ ਚੀਜ਼ ਹੋਰ ਤਰ੍ਹਾਂ ਸਮਝ ਆਉਣੀ ਸ਼ੁਰੂ ਹੋਈ। ਪਰ ਬਚਪਨ ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਵੀ ਬਹੁਤ ਇਨੋਸੈਂਟ ਸੀ, ਸਾਨੂੰ ਨਹੀਂ ਪਤਾ ਵੀ ਇਸ ਗੱਲ ਪ੍ਰਾਊਡ ਜ਼ਰੂਰ ਫੀਲ ਹੁੰਦਾ ਮੇਰੇ ਫਾਦਰ ਦੀ ਕਵਿਤਾ ਇੰਨਾ ਕੀ ਹੁੰਦਾ ਸੀ, ਬਸ ਇਸ ਤੋਂ ਵੱਧ ਨਹੀਂ ਸੀ ਕੁਝ ਵੀ ਹੈ। ਹਾਂ ਹਾਂ ਹਾਂ। ਅੱਛਾ, ਹਾਂਜੀ ਜਦੋਂ ਉਹਨਾਂ ਦੀ ਕਵਿਤਾ ਦੀ ਗੱਲ ਛਿੜਦੀ, ਮੈਨੂੰ ਇੱਕ ਇੰਟਰਵਿਊ, ਮੇਰੇ ਖਿਆਲ ਇੱਕ ਹੀ ਇੰਟਰਵਿਊ ਹੈ ਜਿਹੜਾ ਰਿਕਾਰਡਡ ਇੰਟਰਵਿਊ ਉਹਨਾਂ ਦਾ ਦੇਖਣ ਦਾ ਮੌਕਾ ਮਿਲਿਆ। ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਸੱਟ ਲੱਗੀ ਸੀ, ਠੇਸ ਲੱਗੀ ਸੀ, ਉਹਨਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ। ਹਿੰਦੀ ਦੇ ਵਿੱਚ ਉਹ ਇੰਟਰਵਿਊ ਆ, ਕਹਿੰਦੇ ਕਾਹਦੀ ਹਾਂਜੀ ਠੇਸ, ਜਿੰਨੀ ਮੈਨੂੰ ਮੁਹੱਬਤ ਮਿਲੀ ਹੈ ਸ਼ਾਇਦ ਕਿਸੇ ਨੂੰ ਮੁਹੱਬਤ ਨਹੀਂ ਮਿਲੀ। ਦੂਸਰੇ ਬਿਲਕੁਲ ਪਾਸੇ ਸਾਹਿਤਕ ਹਲਕਿਆਂ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ, ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਵੀ ਉਹਦਾ ਜਿਹੜਾ ਦਰਦ ਸੀ ਕਵਿਤਾ ਦੇ ਵਿੱਚ ਉਹ ਇੱਕ ਨਿੱਜੀ ਦਰਦ ਸੀ। ਪਰ ਨਾਲ ਇਹ ਵੀ ਲੋਕ ਪੈਰਲਲ ਲਿਖਣ ਵਾਲੇ ਹੈਗੇ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਨਹੀਂ, ਉਹ ਹਰ ਕਿਸੇ ਦਾ ਦਰਦ ਮਹਿਸੂਸ ਕਰਦਾ ਸੀ, ਉਹ ਇਕੱਲਾ ਉਹਦਾ ਨਿੱਜੀ ਦਰਦ ਨਹੀਂ ਸੀ, ਉਹਦਾ ਲੋਕਾਂ ਦਾ ਦਰਦ ਵੀ ਉਹਦੇ ਵਿੱਚ ਸ਼ਾਮਿਲ ਸੀ। ਜੀ ਤੁਸੀਂ ਜੀ। ਕੀ ਕਹੋਗੇ ਇਹਦੇ ਬਾਰੇ? ਹਾਂ, ਮੈਂ ਪਹਿਲਾਂ ਤੁਹਾਨੂੰ ਪਹਿਲੀ ਗੱਲ ਦਾ ਜਵਾਬ ਦਿੰਦਾ ਵੀ ਉਹ ਹਿੰਦੀ 'ਚ ਇੰਟਰਵਿਊ ਇਸ ਕਰਕੇ ਹੈ ਹਾਂ ਹਾਂ। ਕਿ ਸਾਡੇ ਪੰਜਾਬੀਆਂ ਦੀ ਨਲਾਇਕੀ ਹੈ ਕਿ ਅਸੀਂ 1972 ਦੇ ਵਿੱਚ BBC ਦੇ ਪੰਜਾਬੀ ਦਾ ਚੈਨਲ ਨਹੀਂ ਅਸੀਂ ਸ਼ੁਰੂ ਕਰ ਸਕੇ ਸੀ, ਉਰਦੂ ਵਾਲਾ ਨੇ ਸ਼ੁਰੂ ਕਰ ਲਿਆ ਹੋਇਆ ਸੀ। ਹੂੰ। ਸੋ ਹੁਣ ਉਰਦੂ ਚੈਨਲ ਦੇ ਵਿੱਚ ਫਿਰ ਉਹ ਇੱਕ ਕੰਪਲਸ਼ਨ ਹੈ ਵੀ ਉਰਦੂ 'ਚ ਹੀ ਗੱਲ ਹੋਏਗੀ। ਜੀ। ਸੋ ਇਸ ਕਰਕੇ ਉਹਨਾਂ ਦੀ ਇੰਟਰਵਿਊ ਜਿਹੜੀ ਉਹ ਉਰਦੂ ਦੇ ਵਿੱਚ ਮਿਲਦੀ ਹੈ। ਹੂੰ। ਹੂੰ। ਤੇ ਬਾਕੀ ਰਹੀ ਇਹ ਗੱਲ ਵੀ ਉਹਨਾਂ ਦੇ ਬਾਰੇ ਨਿੱਜੀ ਵੀ ਹੁੰਦਾ, ਮੈਂ ਨਹੀਂ ਕਹਿੰਦਾ ਵੀ ਜ਼ਿੰਦਗੀ 'ਚ ਹਰ ਚੀਜ਼ ਨਿੱਜ ਤੋਂ ਸ਼ੁਰੂ ਹੁੰਦੀ ਹੈ। ਜੀ।
ਕੋਈ ਵੀ ਚੀਜ਼ ਹੈ, ਈਵਨ ਕਿ ਹਰ ਰੋਜ਼ ਦਾ ਜਿਹੜੀ ਕਿਰਿਆ ਵੀ ਅਸੀਂ ਕੰਮ ਵੀ ਕਰਦੇ ਹਾਂ, ਉਹ ਨਿੱਜੀ ਤੋਂ ਸ਼ੁਰੂ ਹੋ ਕੇ ਫਿਰ ਬਾਕੀਆਂ ਬਾਰੇ ਸਾਰਾ ਕੁਝ ਚੱਲਦਾ ਹੈ। ਸੋ ਸ਼ਿਵ ਦੀ ਕਵਿਤਾ, ਮੈਂ ਨਹੀਂ ਕਹਿੰਦਾ ਵੀ ਉਹਦੇ ਨਿੱਜ ਤੋਂ ਨਹੀਂ ਹੋਏਗੀ, ਹੈਗੀ ਹੈ, ਪਰ ਉਹਨੇ ਉਸ ਨੂੰ ਯੂਨੀਵਰਸਲ ਬਣਾਇਆ। ਉਹਨੇ ਹਰ ਬੰਦੇ ਦੇ ਨਾਲ ਜੋੜਿਆ, ਉਸ ਚੀਜ਼ ਹਰ ਬੰਦੇ ਦੇ ਦਰਦ ਨੂੰ ਵੀ ਮਹਿਸੂਸ ਕੀਤਾ। ਆਪਣੇ ਦਰਦ ਨੂੰ ਉਹਨਾਂ ਨੇ ਸਿਰਫ ਰੋਣ ਤੱਕ ਨਹੀਂ ਰੱਖਿਆ, ਉਹਨਾਂ ਨੇ ਦਰਦ ਨੂੰ ਸਮਝਿਆ ਵੀ। ਹੁਣ ਤੁਸੀਂ ਉਹਨਾਂ ਦੀ ਕਵਿਤਾ ਜੇ ਪੜ੍ਹੋ, ਸੁਣਿਓ ਵੇ ਕਲਮਾਂ ਵਾਲਿਓ, ਸੁਣਿਓ ਵੇ ਹੁਨਰਾਂ ਵਾਲਿਓ, ਇਹਦੇ ਸਾਰਿਆਂ ਦਾ ਦਰਦ ਹੈ। ਜਿਸ ਦੀ ਲੜਾਈ ਅੱਜ ਦੇ ਟਾਈਮ 'ਚ ਇਸ ਵੇਲੇ ਯੂਕਰੇਨ ਤੇ ਰਸ਼ੀਆ ਲੜ ਰਹੇ, ਇਹ ਅੱਜ ਵੀ ਸੱਚ ਹੈ, ਬਿਲਕੁਲ ਅੱਜ ਦਾ ਵੀ ਸੱਚ ਹੈ। ਦੇਖੋ ਨਾ, ਉਹ ਬੰਦਾ ਇਹਨਾਂ ਚੀਜ਼ਾਂ ਤੋਂ ਬਿਆਨ ਸੀ, ਅੱਗੇ ਸੀਗਾ ਬਹੁਤ। ਬਾਕੀ ਨਿੱਜ ਤਾਂ ਹੁੰਦਾ ਹੀ ਹੁੰਦਾ ਹੈ, ਨਿੱਜ ਤੋਂ ਬਗੈਰ ਤਾਂ ਤੁਹਾਡੀ ਆਪਣੀ ਪਰਸਨੈਲਿਟੀ ਤਾਂ ਹੋਣੀ ਹੈ ਵਿੱਚ, ਹੈ ਨਾ। ਤੇ ਜੇ ਸਿਰਫ ਕਵਿਤਾ ਨਿੱਜ ਦੇ ਕਰਕੇ ਲਿਖੀ ਜਾਂਦੀ ਹੁੰਦੀ ਤਾਂ ਮੇਰੇ ਮਦਰ ਸ਼ਾਇਦ ਬਹੁਤ ਵੱਡੇ ਕਵੀ ਹੁੰਦੇ ਇਸ ਵੇਲੇ। ਉਹਨਾਂ ਨੂੰ ਜਿੰਨਾ ਸਦਮਾ, ਜਿੰਨੇ ਉਹਨਾਂ ਨੇ ਬਿਰਹਾ ਜੋ ਮੇਰੇ ਪਿਤਾ ਤੋਂ ਬਗੈਰ ਹੰਢਾਇਆ ਹੈ, ਹਾਂਜੀ, ਉਹ ਤਾਂ ਫਿਰ ਬਹੁਤ ਵੱਡੇ ਕਵੀ ਹੋਣੇ ਚਾਹੀਦੇ ਸੀ। ਉਹਨਾਂ ਜਿੰਨਾ ਵੱਡਾ ਕਵੀ ਕੋਈ ਹੋਣਾ ਨਹੀਂ ਚਾਹੀਦਾ, ਕਿਉਂਕਿ ਉਹ ਤਾਂ ਆਪ ਕਹਿੰਦੇ ਵੀ ਇਹ ਜਨਮ ਤੁਹਾਰੇ ਲਿਖੇ। ਉਹਨਾਂ ਨੇ ਤਾਂ ਜਨਮ ਜਿਹੜਾ ਉਹਨਾਂ ਦੇ ਨਾਲ ਲਿਖ ਦਿੱਤਾ ਹੈ। ਤੇ ਫਿਰ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਬਹੁਤ ਵੱਡੇ ਕਵੀ ਹੋਣਾ ਚਾਹੀਦਾ। ਕਵੀ ਜਿਹੜਾ ਉਹ ਖਾਸ ਤੌਰ ਤੇ ਸ਼ਿਵ ਵਰਗੇ ਜਿਹੜੇ ਕਵੀ ਹੈ ਨਾ, ਉਹ ਤੁਕਬੰਦੀ ਵਾਲੇ ਕਵੀ ਨਹੀਂ ਹੈ। ਉਹਨਾਂ ਨੂੰ ਕਵਿਤਾ ਉਤਰਦੀ ਹੈ, ਇਹ ਉੱਪਰ ਵਾਲੇ ਦੀ ਆਸ਼ੀਰਵਾਦ ਹੈ। ਉਹਨਾਂ ਦੇ ਆਸ਼ੀਰਵਾਦ ਨਾਲ ਕਵਿਤਾ ਲਿਖੀ ਹੋਈ ਹੈ। ਇਹ ਕੋਈ ਇਹ ਨਹੀਂ ਹੈ ਵੀ ਬੰਦੇ ਨੇ ਸੋਚ ਸਮਝ ਕੇ ਕਵਿਤਾ ਲਿਖੀ ਹੈ ਬੈਠ ਕੇ। ਉਹਨਾਂ ਦੀ ਮੈਂ ਦੱਸਿਆ ਜਿਹੜੀ ਬਿਰਹਾ ਹੈ ਨਾ, ਉਹਨਾਂ ਦੀ ਆਤਮਾ ਦੀ ਆਵਾਜ਼ ਹੈ। ਜਿਵੇਂ ਜਿਵੇਂ ਹੌਲੀ ਹੌਲੀ ਲੋਕਾਂ ਨੇ ਉਹਨਾਂ ਨੂੰ ਘੁੱਟਣਾ ਸ਼ੁਰੂ ਕੀਤਾ ਇਸ ਗੱਲ ਲਈ, ਇਸ ਗੱਲ ਤੇ ਕਹਿਣ ਲਈ ਵੀ ਤੂੰ ਨਿੱਜ ਦੀ ਗੱਲ ਕਰ ਰਿਹਾ, ਤੂੰ ਇਹ ਕਰ ਰਿਹਾ, ਉਹ ਉਸ ਦੀ ਆਤਮਾ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਸ਼ਿਵ ਸਰਵਾਈਵ ਵੀ ਨਹੀਂ ਕਰ ਸਕਿਆ ਜਾਂਦੇ। ਜਿੰਨੀ ਦੇਰ ਉਹ ਕਵਿਤਾ ਬਿਰਹਾ ਦੀ ਲਿਖਦਾ ਰਿਹਾ, ਹੱਸ ਕੇ ਲਿਖਦਾ ਰਿਹਾ। ਜਦੋਂ ਤੁਸੀਂ ਉਸਦੀ ਆਤਮਾ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ ਉਸਦੇ ਨਾਲੋਂ, ਪਰ ਹੌਲੀ ਹੌਲੀ ਬੰਦਾ ਬੁੱਝ ਜਾਂਦਾ ਹੈ। ਅੱਛਾ, ਮੈਂ ਪਿਛਲੇ ਸਾਲ ਇੱਕ ਇੰਟਰਵਿਊ ਕੀਤਾ ਸੀ ਸੁਕੀਰਤ ਆਨੰਦ ਹੋਣਾ ਦਾ। ਸੁਕੀਰਤ ਆਨੰਦ ਹੋਣੀ ਸ਼ਿਵ ਕੁਮਾਰ ਬਟਾਲਵੀ ਹੋਣਾ ਨੂੰ ਆਪਣੇ ਮਾਮਾ ਜੀ ਮੰਨਦੇ ਆ, ਕਿਉਂਕਿ ਉਰਮਿਲਾ ਆਨੰਦ ਹੋਣਾ ਨੂੰ ਸ਼ਿਵ ਕੁਮਾਰ ਉਹਨਾਂ ਦੇ ਮੁਤਾਬਕ ਆਪਣੀ ਵੱਡੀ ਭੈਣ ਵਾਂਗ ਮੰਨਿਆ ਕਰਦੇ ਸੀ। ਉਹ ਇੱਥੇ ਤੱਕ ਵੀ ਕਹਿੰਦੇ ਕਿ ਮੇਰੇ ਮਦਰ ਉਹਨਾਂ ਨੂੰ ਝਾੜਾਂ ਵੀ ਪਾਉਂਦੇ ਹੁੰਦੇ ਸੀ। ਜਦੋਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਕੁਝ ਸ਼ਿਵ ਗਲਤ ਕਰ ਰਿਹਾ ਤਾਂ ਝਿੜਕਾਂ ਵੀ ਮਾਰ ਦਿੰਦੇ ਹੁੰਦੇ ਸੀ, ਅਤੇ ਉਹ ਚੁੱਪ ਕਰਕੇ ਉਰਮਿਲਾ ਆਨੰਦ ਹੋਣਾ ਦੀ ਗੱਲਬਾਤ ਨੂੰ ਉਹ ਮੰਨ ਲੈਂਦੇ ਹੁੰਦੇ ਸੀ। ਇਸੇ ਦਿਨ ਮੈਂ ਪਿਛਲੇ ਸਾਲ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਅਤੇ ਉਸ ਤੋਂ ਪਹਿਲਾਂ ਇੱਕ ਉਹਨਾਂ ਦਾ ਆਰਟੀਕਲ ਛਪਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਡਿਟੇਲ 'ਚ ਕੁਝ ਇਹੋ ਜਿਹੇ ਖੁਲਾਸੇ ਕੀਤੇ ਜਿਹੜੇ ਪਹਿਲਾਂ ਸ਼ਾਇਦ ਸਾਹਮਣੇ ਗੱਲਾਂ ਨਹੀਂ ਆਈਆਂ ਸਨ। ਇੱਕ ਗੱਲ ਉਹਨਾਂ ਨੇ ਬੜੇ ਸਪਸ਼ਟ ਤੌਰ 'ਤੇ ਕਹੀ, ਉਹ ਕਹਿੰਦੇ ਕਿ ਸ਼ਿਵ ਕੁਮਾਰ ਬਟਾਲਵੀ ਡਿਪਰੈਸ਼ਨ ਦਾ ਸ਼ਿਕਾਰ ਸੀ। ਸ਼ਾਇਦ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਇਸ ਗੱਲ ਦਾ ਇਲਮ ਨਹੀਂ ਸੀ ਹੁੰਦਾ ਕਿ ਡਿਪਰੈਸ਼ਨ ਨਾਂ ਦੀ ਵੀ ਕੋਈ ਮਾਨਸਿਕ ਅਵਸਥਾ ਹੈਗੀ ਹੈ। ਬੇਸ਼ੱਕ ਅੱਜ ਕੱਲ੍ਹ ਇਹਨੂੰ ਰੋਗ ਕਿਹਾ ਜਾਂਦਾ ਹੈ। ਤੁਹਾਡੇ ਮਦਰ ਦੱਸਦੇ ਹੋਣਗੇ ਜਾਂ ਕੋਈ ਸ਼ਿਵ ਦੇ ਬਹੁਤ ਕਲੋਜ਼ ਫਰੈਂਡਸ ਜਿਹੜੇ ਆ ਉਹ ਕਦੇ ਇਹ ਗੱਲਬਾਤ ਸਾਂਝੀ ਕਰਦੇ ਹੋਣਗੇ ਕਿ ਕੀ ਇਸ ਤਰ੍ਹਾਂ ਦੀ ਕੋਈ ਮਾਨਸਿਕ ਅਵਸਥਾ ਉਹਨਾਂ ਦੀ ਹੈਗੀ ਸੀ, ਡਿਪਰੈਸ਼ਨ ਵਰਗੀ ਗੱਲਬਾਤ ਸੀ ਜਿਹਦਾ ਇਲਾਜ ਹੀ ਨਹੀਂ ਹੋ ਸਕਿਆ? ਨਹੀਂ, ਡਿਪਰੈਸ਼ਨ ਜੇ ਹੁੰਦਾ ਉਸ ਬੰਦੇ ਨੂੰ ਤਾਂ ਇੰਨੀ ਸੋਹਣੀ ਕਵਿਤਾ ਨਾਲ ਲਿਖਦਾ ਕਦੇ। ਜਿਹੜਾ ਬੰਦਾ ਮਨੋਰੋਗੀ ਹੈ ਨਾ, ਉਹ ਕਵਿਤਾ ਨਹੀਂ ਇੰਨੀ ਸੋਹਣੀ ਕਹਿ ਸਕਦਾ, ਉਹ ਸ਼ਬਦਾਂ ਨੂੰ ਇੰਨਾ ਸੋਹਣਾ ਨਹੀਂ ਜੋੜ ਸਕਦਾ। ਠੀਕ ਹੈ ਨਾ। ਤੇ ਉਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ, ਇਹ ਤਾਂ ਅੱਜ ਦੇ ਟਾਈਮ ਦੀਆਂ ਗੱਲਾਂ ਸਾਰੇ ਸ਼ੁਰੂ ਹੋਏ, ਡਿਪਰੈਸ਼ਨ ਹੈ, ਇਹ ਹੈ, ਠੀਕ ਹੈ। ਬੰਦਾ ਜਿਹੜੇ ਲੋਕ ਕਵੀ ਨੇ, ਕਵੀ ਬਹੁਤ ਸੈਂਸਿਟਿਵ ਹੁੰਦਾ ਹੈ, ਸੈਂਸਿਟਿਵ ਜ਼ਰੂਰ ਹੈ, ਬਹੁਤ ਜ਼ਿਆਦਾ ਸੈਂਸਿਟਿਵ ਸੀਗੇ। ਹਰ ਚੀਜ਼ ਉਹਨਾਂ ਨੂੰ ਅਸਰ ਕਰਦੀ ਸੀ ਉਹਨਾਂ ਦੇ ਉੱਤੇ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਜ਼ਰੂਰ। 1971 ਦੀ ਲੜਾਈ ਹੋਈ ਪਾਕਿਸਤਾਨ ਦੇ ਨਾਲ, ਤਾਂ ਮੇਰੇ ਫਾਦਰ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਪਿੰਡ ਛੱਡਣ ਆਏ ਹੋਏ ਸੀ। ਜਦੋਂ ਲੜਾਈ ਖਤਮ ਹੋਈ ਤਾਂ ਆਪਣੇ ਲੋਕ ਜਿਹੜੇ ਨੇ ਉਹ ਪਾਕਿਸਤਾਨ ਦੇ ਬਹੁਤ ਦੂਰ ਦੂਰ ਤੱਕ ਪਿੰਡਾਂ ਤੱਕ ਅੰਦਰ ਚਲੇ ਗਏ ਸੀ। ਉੱਥੋਂ ਸਮਾਨ ਚੱਕ ਲਿਆਂਦਾ, ਚੋਰੀ ਕਰ ਲੈਂਦਾ, ਇਹ ਕਰਨਾ, ਕਿਸੇ ਨੇ ਮੱਝਾਂ ਖੋਲ ਲਿਆ, ਗਾਈਆਂ ਹੈ ਨਾ, ਬਲਦ ਖੋਲ ਲਿਆਂਦੇ, ਸਮਾਨ ਚੋਰੀ ਚੱਕਿਆ ਲੋਕਾਂ ਨੇ ਉਸ ਟਾਈਮ। ਤਾਂ ਉਹਨਾਂ ਚੋਂ ਇੱਕ ਬੰਦੇ ਨੇ ਕਿਸੇ ਔਰਤ ਦੇ ਬੱਚਾ ਹੋਇਆ ਹੋਣਾ, ਉਹਦੀ ਜਿਹੜੀ ਖਾਣ ਦੇ ਲਈ ਆਪਾਂ ਬਣਾਉਂਦੇ ਹਾਂ ਪੰਜੀਰੀ ਹੁੰਦੀ, ਸੁੰਡ ਬਣਾਉਂਦੇ ਹਾਂ, ਹੈ ਨਾ, ਸੁੰਡ ਹੀ ਕਹਿੰਦੇ ਉਸ ਨੂੰ, ਸਾਡੇ ਸੁੰਡ ਕਹਿੰਦੇ ਕਿ ਪੰਜੀਰੀ ਕਹਿੰਦੇ ਆ। ਹਾਂਜੀ, ਉਹ ਚੱਕ ਕੇ ਲਿਆਂਦੀ ਤੇ ਆ ਕੇ ਸਾਰਿਆਂ ਸਾਹਮਣੇ ਕਹਿ ਰਿਹਾ ਵੀ ਮੈਂ ਦੇਖੋ ਚੱਕ ਕੇ ਲਿਆਂਦਾ ਸਮਾਨ। ਹੁਣ ਸ਼ਿਵ ਵੀ ਉੱਥੇ ਬੈਠਾ ਸੀ ਤੇ ਸ਼ਿਵ ਰੋਣ ਲੱਗ ਗਿਆ, ਇੱਕਦਮ ਉੱਠ ਕੇ ਕਮਰੇ ਚਲੇ ਗਏ, ਉੱਠ ਕੇ ਉੱਥੋਂ। ਜਿਹੜੀ ਉਹਨਾਂ ਨੇ ਕਵਿਤਾ ਲਿਖੀ ਉਸ ਤੋਂ ਬਾਅਦ, ਉਹਦਾ ਨਾਂ ਹੈ ਦੁੱਧ ਦਾ ਕਤਲ। ਅੱਛਾ, ਜੇ ਕਦੇ ਉਹ ਕਵਿਤਾ ਪੜ੍ਹਨ ਦਾ ਮੌਕਾ ਮਿਲੇ ਤਾਂ ਦੇਖਿਓ। ਉਹ ਹੁਣ ਇਸ ਗੱਲ ਦੇ ਨਾਲ ਸੋਚ ਕੇ ਪੜ੍ਹ ਕੇ ਦੇਖੋ, ਉਸ ਬੰਦੇ ਦੇ ਉੱਤੇ ਹਰ ਚੀਜ਼ ਦਾ ਅਸਰ ਹੁੰਦਾ ਸੀ,
ਹਰ ਇੱਕ ਦੇ ਬਿਹੇਵੀਅਰ ਦਾ ਮਾੜਾ ਜਿਹਾ ਵੀ ਕੁਝ ਕਰਦੇ ਤਾਂ ਉਹਨਾਂ ਦਾ ਅਸਰ ਸੀ। ਉਹ ਉਹਨਾਂ ਦੀ ਲਾਸਟ ਕਵਿਤਾ ਜਿਹੜੀ ਹੈ ਉਹਦਾ ਨਾਂ ਹੈ ਲਫ਼ਜ਼। ਜੇ ਤੁਸੀਂ ਕਦੇ ਪੜ੍ਹੀ ਹੋਵੇ ਲਫ਼ਜ਼, ਤੁਹਾਨੂੰ ਮੈਂ ਪੜ੍ਹ ਕੇ ਸੁਣਾਉਂਦਾ, ਤੁਹਾਨੂੰ ਉਸ ਤੋਂ ਪਤਾ ਲੱਗੇਗਾ ਸ਼ਿਵ ਜਿਹੜਾ ਉਹ ਇਸ ਤਰ੍ਹਾਂ ਨਹੀਂ ਸੀ ਵੀ ਕਿਸੇ ਤਰ੍ਹਾਂ ਦਾ ਕਿਸੇ ਡਿਪਰੈਸ਼ਨ ਦਾ ਸ਼ਿਕਾਰ ਸੀ। ਉਹ ਹੱਸਦਾ ਰਹਿੰਦਾ ਸੀ, ਹਰ ਵੇਲੇ ਹੱਸਣ ਵਾਲਾ ਸੀ, ਚੁਟਕਲੇ ਬਣਾਉਂਦਾ ਸੀ ਆਪਣੇ ਆਪ ਤੇ। ਨਹੀਂ ਸੋਚਦਾ ਉਹਨਾਂ ਬਾਰੇ ਚੁਟਕਲਾ ਜਿਹੜਾ ਉਹ ਆਮ ਸੁਣਾਉਂਦੇ ਸੀ। ਉਹ ਕਹਿੰਦੇ ਵੀ ਕਿਸੇ ਜੱਟ ਦੇ ਘਰ ਜਿਹੜੀ ਉਹ ਮੱਝ ਨੇ ਕੱਟੀ ਦਿੱਤੀ। ਅੱਛਾ, ਇਹ ਸ਼ਿਵ ਆਪ ਸੁਣਾਉਂਦੇ ਸੀ। ਉਹ ਕਹਿੰਦਾ ਯਾਰ ਮੈਂ ਕੱਟੀ ਦੀ ਹੋਈ ਹੈ ਵੀ ਆਪਾਂ ਹੁਣ ਕੋਈ ਮੁਸ਼ਾਇਰਾ ਰੱਖੀਏ, ਕੁਝ ਸੈਲੀਬ੍ਰੇਟ ਕਰੀਏ ਇਸ ਚੀਜ਼ ਨੂੰ, ਵੀ ਆਪਾਂ ਕਵੀ ਕੋਈ ਬੁਲਾਉਂਦੇ ਹਾਂ ਜਿੰਨੇ ਵੀ ਆ ਸਕਦੇ। ਅੱਛਾ, ਯਾਰ ਮੇਰਾ ਜੀ ਕਰ ਰਿਹਾ ਵੀ ਸ਼ਿਵ ਨੂੰ ਵੀ ਬੁਲਾਇਆ ਜਾਏ। ਅੱਛਾ, ਤੇ ਸ਼ਿਵ ਨੂੰ ਬੁਲਾਇਆ ਜਾ ਸਕਦਾ? ਕਹਿੰਦਾ ਹਾਂ ਬੁਲਾਇਆ ਜਾ ਸਕਦਾ, ਕਿਉਂ ਨਹੀਂ। ਫਿਰ ਉਹ ਕੀ ਲਊਗਾ? ਕਹਿੰਦਾ ਕੁਝ ਨਹੀਂ ਯਾਰ, ਕੱਟੀ ਛੱਡ ਜਾਊਗਾ, ਮੱਝ ਲੈ ਜਾਊਗਾ ਤੇਰੀ। ਕਹਿੰਦੇ ਓਕੇ, ਹਾਂਜੀ। ਇਸ ਤਰ੍ਹਾਂ ਦਾ ਬੰਦਾ ਸੀ ਉਹ, ਉਹਨੂੰ ਕੋਈ ਡਿਪਰੈਸ਼ਨ ਨਹੀਂ ਸੀਗਾ, ਪਰ ਉਹਨੂੰ ਲੋਕਾਂ ਦੇ ਬਿਹੇਵੀਅਰ ਤੋਂ, ਲੋਕਾਂ ਦੇ ਜਿਹੜਾ ਸਾਰਾ ਅੱਜ ਜਿਹੜੀਆਂ ਇਹ ਪ੍ਰੋਬਲਮ ਨੇ ਅੱਜ ਦੀਆਂ ਥੋੜ੍ਹੀਆਂ, ਸਦੀਆਂ ਤੋਂ ਹੀ ਸਾਰਾ ਕੁਝ ਚੱਲਿਆ। ਮਾਨਸਿਕ ਤੌਰ ਤੇ ਲੋਕ ਇੱਕ ਦੂਸਰੇ ਨੂੰ ਵੀ ਟੌਰਚਰ ਵੀ ਕਰਦੇ ਆ, ਇੱਕ ਦੂਸਰੇ ਨੂੰ ਕੁਝ ਵੀ ਕਹਿੰਦੇ, ਛੋਟਾ ਵੱਡਾ ਵੀ ਕਰਦੇ ਆ। ਉਹ ਸਾਰੀਆਂ ਚੀਜ਼ਾਂ ਦਾ ਅਸਰ ਉਹਨਾਂ ਤੇ ਵੀ ਹੁੰਦਾ ਸੀ। ਲੇਕਿਨ ਮੈਂ ਨਹੀਂ ਮੰਨਦਾ ਵੀ ਉਹ ਕਿਸੇ ਤਰ੍ਹਾਂ ਦੇ ਵੀ ਏਦਾਂ ਦੇ ਰੋਗ ਦਾ ਸ਼ਿਕਾਰ ਸੀਗੇ। ਤੁਸੀਂ ਦੁੱਧ ਦਾ ਕਤਲ ਜਿਹਦੀ ਗੱਲ ਕੀਤੀ ਹੈ, ਉਹ ਕਵਿਤਾ ਮੈਂ ਸਾਂਝੀ ਕਰਦੀ ਹਾਂ ਤੁਹਾਡੇ ਨਾਲ। ਉਸ ਤੋਂ ਬਾਅਦ ਮੈਂ ਲਫ਼ਜ਼ ਤੁਹਾਡੇ ਕੋਲੋਂ ਸੁਣੂੰਗੀ। ਜ਼ਰੂਰ। ਦੁੱਧ ਦਾ ਕਤਲ ਲਿਖ ਰਹੇ ਨੇ, ਕਹਿੰਦੇ ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ। ਉਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ। ਆਪਣਾ ਨਾਂ ਅਸੀਂ ਸਾਰੇ ਹੀ ਪਿੰਡ ਵਿੱਚ ਭੰਡ ਲਿੱਤਾ ਸੀ। ਮੈਨੂੰ ਤੇ ਯਾਦ ਹੈ ਅੱਜ ਵੀ ਕਿਵੇਂ ਘਰ ਨੂੰ ਹੈ ਅੱਗ ਲੱਗਦੀ, ਤੇ ਤੈਨੂੰ ਵੀ ਯਾਦ ਹੋਵੇਗਾ ਜਦੋਂ ਅਸੀਂ ਰੱਤ ਵਿਹੂਣੇ ਅਰਧ ਧੜ ਘਰ ਘਰ ਲਿਆਏ ਸਾਂ। ਅਸੀਂ ਮਾਂ ਦੇ ਕਤਲ ਉੱਪਰ ਬੜਾ ਹੀ ਮੁਸਕਰਾਏ ਸਾਂ। ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ, ਤੇ ਦੋਵੇਂ ਵੀ ਕੁਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ। ਮੇਰੀ ਦੁੱਧ ਦੀ ਉਮਰ ਮਾਂ ਦੇ ਕਤਲ ਸੰਗ ਕਤਲ ਹੋ ਗਈ ਸੀ, ਤੇ ਠੰਡੇ ਦੁੱਧ ਦੀ ਉਹ ਲਾਸ਼ ਤੇਰੇ ਘਰ ਹੀ ਸੌਂ ਗਈ ਸੀ। ਹਾਂਜੀ, ਪਾਰਟੀਸ਼ਨ ਦੇ ਲਈ ਪਿੰਡ ਮੇਰਾ ਉੱਥੇ ਰਹਿ ਗਿਆ। ਮੇਰੀ ਦੁੱਧ ਦੀ ਉਮਰ ਮਾਂ ਦੇ ਕਤਲ ਸੰਗ ਕਤਲ ਹੋ ਗਈ ਸੀ, ਤੇ ਠੰਡੇ ਦੁੱਧ ਦੀ ਉਹ ਲਾਸ਼ ਤੇਰੇ ਘਰ ਹੀ ਸੌਂ ਗਈ ਸੀ। ਤੇ ਜਿਸ ਨੂੰ ਅੱਜ ਵੀ ਮੈਂ ਯਾਦ ਕਰਕੇ ਚੁੱਪ ਹੋ ਜਾਂਦਾ, ਤੇਰੇ ਹਿੱਸੇ ਵਿੱਚ ਆਏ ਅਰਧ ਧੜ ਵਿੱਚ ਰੋਜ਼ ਖੋ ਜਾਂਦਾ। ਮੇਰੇ ਹਿੱਸੇ ਵਿੱਚ ਆਇਆ ਅਰਧ ਧੜ ਮੈਨੂੰ ਮਾਂ ਦਾ ਨਹੀਂ ਲੱਗਦਾ, ਤੇ ਉਸ ਹਿੱਸੇ ਵਿੱਚ ਮੇਰੀ ਅਰਧ ਲੋਰੀ ਨਜ਼ਰ ਨਹੀਂ ਆਉਂਦੀ। ਮੇਰੇ ਹਿੱਸੇ ਦੀ ਮੇਰੀ ਮਾਂ ਅਧੂਰਾ ਗੀਤ ਹੈ ਗਾਉਂਦੀ, ਤੇ ਤੇਰੇ ਅਰਧ ਧੜ ਦੇ ਬਾਝ ਮੇਰਾ ਜੀ ਨਹੀਂ ਲੱਗਦਾ। ਮੇਰਾ ਤਾਂ ਜਨਮ ਤੇਰੇ ਅਰਧ ਧੜ ਦੀ ਕੁੱਖ 'ਚੋਂ ਹੋਇਆ ਸੀ। ਮੇਰੇ ਹਿੱਸੇ 'ਚ ਆਇਆ ਅਰਧ ਧੜ ਮੇਰੇ 'ਤੇ ਰੋਇਆ ਸੀ, ਤੇ ਮੈਥੋਂ ਰੋਜ਼ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ। ਤੇ ਤੈਨੂੰ ਯਾਦ ਕਰਕੇ ਕਈ ਦਫਾ ਤੇਰੇ 'ਤੇ ਰੋਇਆ ਸੀ, ਤੇ ਤੈਥੋਂ ਵੀ ਉਹ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ। ਮਾਂ ਦਾ ਕਤਲ ਤਾਂ ਹੋਇਆ ਸੀ, ਮਾਂ ਦਾ ਦਿਲ ਨਾ ਮੋਇਆ ਸੀ। ਮਾਵਾਂ ਦੇ ਕਦੇ ਵੀ ਦਿਲ ਕਿਸੇ ਤੋਂ ਕਤਲ ਨਹੀਂ ਹੁੰਦੇ। ਬਹੁਤ ਖੂਬਸੂਰਤ ਲਿਖ ਰਹੇ ਨੇ, ਮਾਵਾਂ ਦੇ ਕਦੇ ਵੀ ਦਿਲ ਕਿਸੇ ਤੋਂ ਕਤਲ ਨਹੀਂ ਹੁੰਦੇ, ਪਰ ਤੂੰ ਅੱਜ ਫਿਰ ਮਾਂ ਦੇ ਦਿਲ ਉੱਪਰ ਵਾਰ ਕੀਤਾ ਹੈ। ਕਤਲ ਹੋ ਚੁੱਕੀ ਮਾਂ ਦਾ ਦੁਬਾਰਾ ਕਤਲ ਕੀਤਾ ਹੈ, ਤੇ ਸੁੱਕੀਆਂ ਛਾਤੀਆਂ ਦਾ ਦੁੱਧ ਤੱਕ ਵੀ ਵੰਡ ਲਿੱਤਾ ਹੈ। ਪਰ ਇਹ ਯਾਦ ਰੱਖ, ਮਾਵਾਂ ਦਾ ਦੁੱਧ ਵੰਡਿਆ ਨਹੀਂ ਜਾਂਦਾ, ਤੇ ਨਾ ਮਾਵਾਂ ਦੇ ਦੁੱਧ ਦਾ ਦੋਸਤਾਂ ਕਦੇ ਕਤਲ ਹੁੰਦਾ ਹੈ। ਇਹ ਐਸਾ ਦੁੱਧ ਹੈ ਜਿਸ ਨੂੰ ਕਦੇ ਵੀ ਮੌਤ ਨਹੀਂ ਆਉਂਦੀ, ਭਾਵੇਂ ਤਾਰੀਖ ਕਈ ਵਾਰੀ ਦੁੱਧ ਦਾ ਵੀ ਕਤਲ ਚਾਹੁੰਦੀ ਹੈ। ਅੱਜ ਸਬੱਬ ਦੇ ਨਾਲ ਤੁਸੀਂ ਕਈ ਵਾਰੀ ਮਾਂ ਦਾ ਜ਼ਿਕਰ ਕੀਤਾ ਹੈ, ਆਪਣੀ ਮਾਂ ਦਾ। ਤੁਸੀਂ ਅਰੁਣਾ ਜੀ ਦਾ ਜ਼ਿਕਰ ਕੀਤਾ ਹੈ। ਮਦਰਸ ਡੇ ਆ ਰਿਹਾ ਹੈ। ਮੈਂ ਥੋੜ੍ਹਾ ਜਿਹਾ ਚਾਹੁੰਦੀ ਹਾਂ ਕਿ ਤੁਹਾਡੀ ਮਾਂ ਨੇ ਇੱਕ ਸਿੰਗਲ ਮਦਰ ਦੇ ਤੌਰ 'ਤੇ ਆਪਣਾ ਜਿਹੜਾ ਸਮਾਂ ਹੈ ਉਹ ਬਤੀਤ ਕੀਤਾ ਹੈ। ਕਿਹੋ ਜਿਹੇ ਚੈਲੰਜਿਸ ਤੁਹਾਡੀ ਆਪਣੀ ਮਦਰ ਨੂੰ ਆਏ, ਜੇ ਸਾਂਝੇ ਕਰ ਸਕੋ ਤਾਂ। ਸਭ ਤੋਂ ਪਹਿਲਾਂ ਤਾਂ ਹੁੰਦਾ ਨਾ ਜਿਹੜੀ ਦੁਨੀਆਦਾਰੀ ਹੈ,
ਹਾਂ ਹਾਂ ਕਬੀਲਦਾਰੀ 'ਚ ਜਦੋਂ ਤੁਸੀਂ ਕਿਸੇ ਵੱਡੇ ਬੰਦੇ ਦੇ ਵਾਈਫ ਹੋ, ਕਿਸੇ ਵੱਡੇ ਬੰਦੇ ਦੀ ਪਤਨੀ ਹੋ, ਪਹਿਲਾਂ ਤਾਂ ਉਸ ਬੰਦੇ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡੇ ਤੋਂ, ਜੇ ਉਹ ਨਹੀਂ ਰਹਿੰਦਾ। ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੇਰਾ ਜ਼ਿਆਦਾ, ਤੁਹਾਡਾ ਨਹੀਂ ਹੈ, ਤੁਹਾਡਾ ਕੋਈ ਤਾਲੁਕ ਨਹੀਂ ਹੈ। ਸੋ ਇਸੇ ਸਿਲਸਿਲੇ 'ਚ ਜਿਹੜਾ ਅਸੀਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਵੀ ਡੈਥ ਤੋਂ 13 ਦਿਨ ਪਹਿਲਾਂ ਮੇਰੇ ਫਾਦਰ ਨੂੰ ਜਿਹੜਾ ਸਾਡਾ ਜੱਦੀ ਘਰ ਕਹਿ ਸਕਦੇ ਹਾਂ, ਉਹ ਜੱਦੀ ਘਰ ਤਾਂ ਖੈਰ ਪਾਕਿਸਤਾਨ ਸੀ, ਪਰ ਜਿਹੜਾ ਉਸ ਤੋਂ ਬਾਅਦ ਇੰਡੀਆ ਜਾਣ ਤੋਂ ਬਾਅਦ ਬਟਾਲੇ ਲਿਆ ਸੀ, ਉਸ ਘਰ ਚੋਂ ਕੱਢ ਦਿੱਤਾ ਗਿਆ ਸੀ। ਅੱਛਾ। ਉਸ ਘਰ ਚੋਂ ਉਹਨਾਂ ਦੀ ਮਦਰ ਨੇ ਉਹਨਾਂ ਨੂੰ ਕੱਢਤਾ ਵੀ ਤੂੰ ਪੈਸੇ ਦੇ, ਰਾਸ਼ਨ ਪਾਏਗਾ ਤਾਂ ਰਹਿ ਸਕਦਾ ਇੱਥੇ, ਨਹੀਂ ਤੇ ਜਾਓ। ਤੁਸੀਂ ਆਪਣੇ ਦਾਦੀ ਜੀ ਦਾ ਜ਼ਿਕਰ ਕਰ ਰਹੇ ਹੋ? ਹਾਂਜੀ, ਮੈਂ ਇਸ ਲਈ ਤੁਹਾਨੂੰ ਇਹ ਦੱਸ ਰਿਹਾ, ਉਹਨਾਂ ਨੂੰ ਉਸ ਘਰ ਚੋਂ ਕੱਢਿਆ ਗਿਆ। 13 ਦਿਨਾਂ ਬਾਅਦ ਉਹ ਆਪਣੇ ਸਹੁਰੇ ਘਰ ਉਹਨਾਂ ਦੀ ਮੌਤ ਹੋਈ। ਕੀ ਬਾਤ ਹੈ। ਦੇਖੋ ਉਧਰੋਂ ਫਿਰ ਮਾਂ ਦਾ ਹੀ ਜ਼ਿਕਰ ਆ ਰਿਹਾ। ਹਾਂ ਹਾਂ ਹਾਂ, ਉਹਨਾਂ ਨੇ ਸਹਾਰਾ ਦਿੱਤਾ, ਇਹਨਾਂ ਨੇ ਕੱਢਿਆ। ਤੇ ਉਸ ਤੋਂ ਬਾਅਦ ਇਹੀ ਜਦੋਜਹਿਦ ਉਹਨੇ ਸਭ ਤੋਂ ਵੱਡੀ ਮੇਰੇ ਮਦਰ ਦੇ ਲਈ ਪ੍ਰੋਬਲਮ ਸੀ ਵੀ ਉਹ ਉਹਨਾਂ ਦਾ ਨਾਮ, ਉਹਨਾਂ ਦਾ ਜਿਹੜਾ ਥਾਂ ਹੈ ਸਮਾਜ ਦੇ ਵਿੱਚ, ਉਸ ਨੂੰ ਬਰਕਰਾਰ ਰੱਖ ਸਕਣ, ਸਾਨੂੰ ਪਾਲ ਸਕਣ। ਜਦੋਂ ਉਹਨਾਂ ਦੀ ਡੈਥ ਹੋਈ ਹੈ, ਤੁਸੀਂ ਕਹਿ ਰਹੇ ਸੀ ਵੀ ਸ਼ਹਿਰਾਂ ਦੇ ਨਿਆਣਿਆਂ ਨੂੰ ਕੀ ਹੁੰਦਾ ਹੈ ਜਾਂ ਸ਼ਹਿਰਾਂ ਦੀ ਬੀਵੀਆਂ ਨੂੰ ਕੀ ਮਿਲਦਾ ਹੈ, ਜਿਹੜੇ ਆਪਣੇ ਐਕਟਰਸ ਨੇ ਜਾਂ ਹੋਰ ਨੇ ਉਹਨਾਂ ਨੂੰ ਤਾਂ ਬੜਾ ਕੁਛ ਮਿਲਦਾ ਹੈ, ਉਹਨਾਂ ਨੇ ਸਰਮਾਇਆ ਇਕੱਠਾ ਕੀਤਾ ਹੁੰਦਾ। ਸਾਡੇ ਫਾਦਰ ਸਾਡੇ ਲਈ 40 ਰੁਪਏ ਛੱਡ ਕੇ ਗਏ ਸੀ ਉਸ ਵੇਲੇ। ਅੱਛਾ, ਜਦੋਂ ਉਹਨਾਂ ਦੀ ਮੌਤ ਹੋਈ ਉਹਨਾਂ ਦੀ ਜੇਬ ਦੇ ਵਿੱਚ 40 ਰੁਪਏ ਸੀ? ਸਿਰਫ 40 ਰੁਪਏ ਸੀਗੇ, ਜਿਹਦੇ ਤੋਂ ਸਾਡੀ ਮਦਰ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ ਤੇ ਸਾਨੂੰ, ਮੈਨੂੰ ਵੀ ਤੇ ਮੇਰੀ ਸਿਸਟਰ ਨੂੰ ਵੀ ਉੱਚ ਸਿੱਖਿਆ ਤੱਕ ਪੜ੍ਹਾਇਆ। PhD ਦੋਨਾਂ ਨੇ ਅਸੀਂ ਕੀਤੀ। ਮੈਂ ਪੰਜਾਬੀ ਦੇ ਫੀਲਡ 'ਚ ਕੀਤੀ ਹੈ, ਪੰਜਾਬੀ ਕਵਿਤਾ 'ਚ, ਉਹਨਾਂ ਨੇ ਇਕਨੋਮਿਕਸ ਦੇ ਵਿੱਚ ਕੀਤੀ। ਸਾਨੂੰ ਪੜ੍ਹਾਇਆ ਦੋਨਾਂ ਨੂੰ। ਪਰ ਇਸ ਦੌਰਾਨ ਜਿਹੜੀ ਉਹਨਾਂ ਦੀ ਸਟਰਗਲ ਹੈ ਇਕੱਲੇ ਰਹਿ ਕੇ, ਉਹਨਾਂ ਦੀ ਮਾਂ ਦਾ ਵੀ ਜਿਹੜਾ ਆਪਣਾ ਰੋਲ ਕਹਿ ਸਕਦੇ ਨਿਭਾਇਆ ਤੇ ਬਾਪ ਦਾ ਵੀ ਨਿਭਾਇਆ। ਦੋਵੇਂ ਚੀਜ਼ਾਂ ਉਹਨਾਂ ਨੇ ਇਕੱਠੀਆਂ ਕੀਤੀਆਂ। ਜਿੱਥੇ ਉਹਨਾਂ ਨੇ ਸਖਤ ਹੋਣਾ ਸੀ ਉੱਥੇ ਉਹ ਸਖਤ ਵੀ ਹੋਣਾ ਪਿਆ ਉਹਨਾਂ ਨੂੰ, ਜਿੱਥੇ ਉਹਨਾਂ ਨੂੰ ਨਰਮ ਹੋਣਾ ਪਿਆ ਨਰਮ ਵੀ। ਬੜਾ ਕੁਛ ਹੈ, ਬਹੁਤ ਕੁਛ। ਮੈਂ ਚਾਹੁੰਦਾ ਮੈਂ ਆਪਣੀ ਮਦਰ ਬਾਰੇ ਕਦੇ ਕੁਛ ਲਿਖ ਸਕਾਂ। ਮੈਂ ਸੋਚਿਆ ਵੀ ਹੈ ਵੀ ਮੈਂ ਜਦੋਂ ਆਪਣੇ ਫਾਦਰ ਬਾਰੇ ਲਿਖਾਂਗਾ, ਪਰ ਐਕਚੁਅਲ ਮੈਂ ਆਪਣੀ ਮਦਰ ਤੋਂ ਸ਼ੁਰੂ ਕਰੂੰਗਾ ਉਸ ਗੱਲ ਨੂੰ। ਲਿਖ ਵੀ ਰਿਹਾ ਇਸ ਵੇਲੇ ਆਪਣੇ ਫਾਦਰ ਬਾਰੇ। ਉਹ ਮੇਰੇ ਮਦਰ ਜਿਹੜੇ ਆ, ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ, ਮੇਰੀ ਸਿਸਟਰ ਨੂੰ, ਪੂਜਾ ਨੂੰ ਹਮੇਸ਼ਾ ਹੀ ਕਹਿੰਦੇ ਵੀ ਦੇਖੋ ਵਿਆਹ ਤਾਂ ਆਪਣਾ ਜਨਮ ਜਿਹੜਾ ਤੁਹਾਡੇ ਪਾਪਾ ਦੇ ਨਾਮ ਕਰ ਦਿੱਤਾ। ਉਹ ਮੈਂ ਉਹਨਾਂ ਨੂੰ ਵੀ ਪ੍ਰੋਮਿਸ ਕੀਤਾ ਸੀਗਾ ਤੇ ਮੈਂ ਉਹ ਨਿਭਾਉਣਾ ਹੈ, ਸਾਰੀ ਉਮਰ ਨਿਭਾਇਆ ਵੀ ਉਹਨਾਂ ਨੇ ਸਾਰੀ ਗੱਲ ਨਹੀਂ। ਮੈਂ ਮਤਲਬ ਜੋ ਵੀ ਅੱਜ ਬੋਲ ਰਹੇ ਹਾਂ ਜਾਂ ਜੋ ਵੀ ਹੈਗਾ, ਉਹ ਅੱਜ ਆਪਣੀ ਮਦਰ ਕਰਕੇ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਬੈਠਾ। ਜਿਹੜੇ ਮੈਨੂੰ ਸੰਸਕਾਰ ਮਿਲੇ, ਜੋ ਮੈਨੂੰ ਉਹਨਾਂ ਨੇ ਦਿੱਤਾ ਹੈ, ਇਹ ਉਹਨਾਂ ਨੇ ਦਿੱਤਾ ਹੈ ਸਾਰਾ। ਮਿਹਰਬਾਨ ਜੀ, ਤੁਸੀਂ ਲਫ਼ਜ਼ ਦੀ ਗੱਲ ਕਰ ਰਹੇ ਸੀ, ਜਿਹੜੀ ਉਹਨਾਂ ਦੀ ਆਖਰੀ ਕਵਿਤਾ ਸੀ, ਉਹ ਮੈਂ ਤੁਹਾਡੇ ਕੋਲੋਂ ਸੁਣਨੀ ਜ਼ਰੂਰ ਹੈ। ਮਿਹਰਬਾਨ ਜੀ, ਤੁਸੀਂ ਗੱਲ ਕੀਤੀ ਸੀ ਕਿ ਵੀ ਜਿਹੜੀ ਉਹਨਾਂ ਦੀ ਆਖਰੀ ਕਵਿਤਾ ਹੈ ਉਹ ਤੁਸੀਂ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ। ਲਫ਼ਜ਼ ਜ਼ਰੂਰ ਜੀ। ਹਾਂਜੀ ਜੀ, ਪਹਿਲਾਂ ਮੈਂ ਇਹਦੇ ਬਾਰੇ ਦੱਸ ਦਿਆਂ ਥੋੜਾ ਜਿਹਾ ਕਿ ਲਫ਼ਜ਼ ਜਿਹੜੀ ਹੈ ਸ਼ਿਵ ਦਾ ਮਤਲਬ ਮੰਨਣਾ ਹੈ। ਕਵਿਤਾ ਤੁਸੀਂ ਦੇਖੋਗੇ ਉਹ ਕਹਿ ਰਹੇ ਨੇ ਮੈਨੂੰ ਦੁਨੀਆ ਦੀ ਹਰ ਚੀਜ਼ ਹੀ ਲਫ਼ਜ਼ ਲੱਗਦੀ ਹੈ। ਅੱਛਾ। ਹਾਂਜੀ, ਆਪਾਂ ਜਿਸ ਗੱਲ ਤੋਂ ਮੈਨੂੰ ਇਹ ਗੱਲ ਲੱਗੀ ਸੀ ਵੀ ਆਪਾਂ ਕਹਿ ਰਹੇ ਸੀ ਵੀ ਸ਼ਾਇਦ ਕਿਸੇ ਹਿਸਾਬ ਨਾਲ ਡਿਪਰੈਸ਼ਨ ਸੀ ਜਾਂ ਕੁਛ ਸੀ, ਹੈ ਨਾ। ਡਿਪਰੈਸ਼ਨ ਨਹੀਂ ਸੀਗਾ ਉਹਨਾਂ ਨੂੰ, ਲੇਕਿਨ ਉਹਨਾਂ ਨੂੰ ਹਰ ਚੀਜ਼ ਮਹਿਸੂਸ ਕਰਨ ਦੀ ਇੱਕ ਆਦਤ ਸੀਗੀ, ਜਿਹਨੂੰ ਕਹਿ ਉਹਨਾਂ ਦੀ ਇਨਬਿਲਟ ਹੀ ਇਸ ਤਰ੍ਹਾਂ ਸੀ ਉਹਨਾਂ ਦੇ ਅੰਦਰ ਇਹ ਚੀਜ਼ ਕਿ ਉਹ ਹਰ ਚੀਜ਼ ਨੂੰ ਫੀਲ ਕਰਦੇ ਸੀ, ਹਰ ਇੱਕ ਦੇ ਦੁੱਖ ਨੂੰ, ਹਰ ਚੀਜ਼ ਨੂੰ। ਤੇ ਉਹਦੇ 'ਚ ਇਹ ਤੁਹਾਨੂੰ ਨਜ਼ਰ ਆਏਗਾ ਵੀ ਕਵਿਤਾ ਉਹਨਾਂ ਨੂੰ ਕਿਉਂ ਹਰ ਚੀਜ਼ ਕਵਿਤਾ ਹੀ ਲੱਗਦੀ ਹੈ। ਇਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ। ਤੁਸੀਂ ਦੇਖੋ ਉਹਦਾ ਨਾਮ ਵੀ ਉਹਨਾਂ ਨੇ ਲਿਖਿਆ ਸੀ ਲਫ਼ਜ਼ ਜੀ। ਕਹਿੰਦੇ ਮੈਂ ਕੱਲ ਲਫ਼ਜ਼ ਚੁਣਦਾ ਸੀ, ਇੱਕ ਲਫ਼ਜ਼ ਬੋਰਡ ਤੇ ਬੈਠਾ ਸੀ ਤੇ ਇੱਕ ਪਿੱਪਲ ਤੇ, ਇੱਕ ਮੇਰੀ ਗਲੀ ਵਿੱਚ ਤੇ ਇੱਕ ਘੜੇ ਵਿੱਚ ਪਿਆ ਸੀ। ਵਾਹ। ਇੱਕ ਹਰੇ ਰੰਗ ਦਾ ਲਫ਼ਜ਼ ਖੇਤਾਂ ਵਿੱਚ ਪਿਆ ਸੀ, ਇੱਕ ਕਾਲੇ ਰੰਗ ਦਾ ਲਫ਼ਜ਼ ਮਾਸ ਖਾ ਰਿਹਾ ਸੀ, ਇੱਕ ਨੀਲੇ ਰੰਗ ਦਾ ਲਫ਼ਜ਼ ਸੂਰਜ ਦਾ ਦਾਣਾ ਮੂੰਹ ਵਿੱਚ ਲਈ ਉੱਡ ਰਿਹਾ ਸੀ। ਮੈਨੇ ਦੁਨੀਆ ਦੀ ਹਰ ਇੱਕ ਚੀਜ਼ ਲਫ਼ਜ਼ ਲੱਗਦੀ ਹੈ, ਅੱਖਾਂ ਦੇ ਲਫ਼ਜ਼, ਹੱਥਾਂ ਦੇ ਲਫ਼ਜ਼, ਪਰ ਬੁੱਲਾਂ ਦੇ ਲਫ਼ਜ਼ ਸਮਝ ਨਹੀਂ ਆਉਂਦੇ। ਮੈਨੂੰ ਸਿਰਫ ਲਫ਼ਜ਼ ਪੜ੍ਹਨੇ ਆਉਂਦੇ, ਮੈਨੂੰ ਸਿਰਫ ਲਫ਼ਜ਼ ਪੜ੍ਹਨੇ ਆਉਂਦੇ। ਹੁਣ ਇਹ ਜਿਹੜੀ ਲਾਸਟ ਲਾਈਨ ਹੈ, ਇਹ ਉਹਨਾਂ ਦੀ ਆਬਜ਼ਰਵੇਸ਼ਨ ਹੈ ਬੰਦਿਆਂ ਬਾਰੇ, ਲੋਕਾਂ ਬਾਰੇ, ਜਾਂ ਕੁਛ ਇੱਕ ਬੰਦਿਆਂ ਬਾਰੇ, ਕਿ ਬੋਲਣਾ ਕੁਛ ਹੈ
ਕਰਨਾ ਕੁਛ ਹੈ, ਦਿਖਾਣਾ ਕੁਛ ਹੈ, ਦੋਗਲਾਪਨ ਜਿਹੜਾ ਨਾ ਇਹ ਉਧਰ ਇਸ਼ਾਰਾ ਹੈ। ਹੂੰ ਤੇ ਮੈਨੂੰ ਲੱਗਦਾ ਇਹੀ ਇੱਕ ਆਨਸਰ ਹੈ ਉਸ ਚੀਜ਼ ਦਾ, ਜਿਹਨੂੰ ਉਹ ਡਿਪਰੈਸ਼ਨ ਸਮਝਦੇ ਸੀ। ਹੂੰ ਡਿਪਰੈਸ਼ਨ ਨਹੀਂ ਹੈ, ਉਹ ਆਬਜ਼ਰਵੇਸ਼ਨ ਹੈ ਲੋਕਾਂ ਦੀ, ਤੇ ਉਹਦੀ ਪੀੜ ਹੈ ਉਹਦੇ ਅੰਦਰ ਉਸ ਚੀਜ਼ ਦੀ ਉਸ ਵੇਲੇ। ਪਰ ਇਹ ਗੱਲ ਲੋਕ ਤਾਂ ਸ਼ਾਇਦ ਤੁਸੀਂ ਜ਼ਰੂਰ ਇਸ ਗੱਲ ਨੂੰ ਮੰਨੋਗੇ ਜੀ ਕਿ ਇੱਕ ਅਜੀਬ ਤਰ੍ਹਾਂ ਦੀ ਕਾਹਲ ਸੀ। ਜਿਵੇਂ ਕਿਹਾ ਜਾਂਦਾ ਕਿ ਉਹਨਾਂ ਨੇ ਆਪਣੀ ਜਿਹੜੀ ਮੌਤ ਦੀ ਭਵਿੱਖਬਾਣੀ ਹੈ ਉਹ ਪਹਿਲਾਂ ਹੀ ਕਰ ਦਿੱਤੀ। ਉਹ ਜਵਾਨ ਮਰਨਾ ਚਾਹੁੰਦੇ ਸਨ। ਇਹਦੇ ਨਾਲ ਇੱਕ ਥਾਂ 'ਤੇ ਉਹ ਲਿਖ ਰਹੇ ਆ ਕਿ ਕਹਿੰਦੇ ਕਿ ਜ਼ਿੰਦਗੀ ਆਰਾਮ ਨਾਲ, ਜ਼ਿੰਦਗੀ ਹੈ ਕੀ ਹੈ, ਆਰਾਮ ਨਾਲ ਮੌਤ ਮਰਨਾ ਹੈ। ਉਹਨਾਂ ਨੇ ਕਿਹਾ ਸੀ ਕਿ ਸਲੋ ਸੁਸਾਈਡ ਹੈ ਜ਼ਿੰਦਗੀ, ਕੁਝ ਇਸ ਤਰ੍ਹਾਂ ਦੀਆਂ ਗੱਲਾਂ। ਬਲਵੰਤ ਗਾਰਗੀ ਹੁਣਾਂ ਨੇ ਉਹਨਾਂ ਬਾਰੇ ਇੱਕ ਲੇਖ ਲਿਖਿਆ ਹੋਇਆ, ਜਿਹਦੇ ਵਿੱਚੋਂ ਮੈਂ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੀ ਹਾਂ ਤੁਹਾਡੇ ਨਾਲ ਵੀ, ਸਾਡੇ ਸੁਣਨ ਵਾਲਿਆਂ ਦੇ ਨਾਲ ਵੀ। ਕਹਿੰਦੇ ਕਿ ਸ਼ਿਵ ਨੇ ਕਿਹਾ ਸੀ, ਉਹਨਾਂ ਨੇ ਉਸ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਜਿਹੜਾ BBC ਵਾਲਿਆਂ ਨੇ ਇੰਟਰਵਿਊ ਲਿਆ ਸੀ, ਕਿ ਕਾਹਦਾ ਗਮ, ਮੈਨੂੰ ਕੋਈ ਗਮ ਨਹੀਂ ਹੈ, ਮਜ਼ੇ ਨਾਲ ਸ਼ਰਾਬ ਪੀਂਦਾ ਹਾਂ, ਮਹਿਬੂਬਾਵਾਂ ਨੇ ਮੈਨੂੰ ਪਿਆਰ ਦਿੱਤਾ, ਬੇਸ਼ੁਮਾਰ ਕੁੜੀਆਂ ਨੇ ਇਸ਼ਕ ਕੀਤਾ, ਬਥੇਰਾ ਰੁਪਈਆ ਹੈ, ਯਾਰ ਦੋਸਤ ਨੇ, ਨੇਕ ਬੀਵੀ ਹੈ, ਮੈਨੂੰ ਕਾਹਦਾ ਗਮ, ਮੈਨੂੰ ਕੋਈ ਗਮ ਨਹੀਂ ਹੈ, ਮੈਂ ਗਮ ਦੀ ਕਵਿਤਾ ਲਿਖਦਾ ਹਾਂ ਹੱਸ ਕੇ, ਮੈਨੂੰ ਆਪਣਾ ਕੋਈ ਗਮ ਨਹੀਂ, ਦੁਨੀਆ ਦਾ ਗਮ ਜ਼ਰੂਰ ਮੇਰੇ ਅੰਦਰ ਹੈ। ਜੋ ਸ਼ਾਇਰ ਜਾਤੀ ਗਮ ਦੀਆਂ ਕੂਕਾਂ ਮਾਰਦੇ ਹਨ, ਉਹਨਾਂ ਦੀ ਕਵਿਤਾ ਫਿੱਕੀ ਹੁੰਦੀ ਹੈ। ਹੋਰ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਲਿਖੀਆਂ। ਉਹਨਾਂ ਨੇ ਖਾਸ ਕਰਕੇ ਉਹਨਾਂ ਦੀ ਮੌਤ ਤੋਂ ਬਾਅਦ ਵੀ ਇੱਕ ਜ਼ਿਕਰ ਕੀਤਾ। ਕਹਿੰਦੇ ਕਿ ਉਹ ਮੌਤ ਪਿੱਛੋਂ ਇੱਕ ਮਿੱਥ ਬਣ ਗਿਆ ਹੈ, ਮੰਟੋ ਵਾਂਗ ਸਹਿਗਲ ਵਾਂਗ। ਜੇ ਕਿਸੇ ਨੇ ਸ਼ਿਵ ਨਾਲ ਰੋਟੀ ਖਾਧੀ ਜਾਂ ਬੱਸ ਵਿੱਚ ਸਫ਼ਰ ਕੀਤਾ ਜਾਂ ਸ਼ਰਾਬ ਪੀਤੀ ਜਾਂ ਉਸ ਦੀ ਤਿੱਲੇ ਵਾਲੀ ਚੱਪਲ ਗੰਢੀ ਜਾਂ ਰੇਸ਼ਮੀ ਕੁੜਤਾ ਸੀਤਾ, ਤਾਂ ਉਹ ਫਖਰ ਨਾਲ ਸ਼ਿਵ ਦੀ ਗੱਲ ਕਰਦਾ ਹੈ। ਅਜਿਹੀ ਸ਼ੋਹਰਤ ਤੇ ਪਿਆਰ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ। ਇੱਥੇ ਮਿਹਰਬਾਨ ਜੀ, ਇੱਕ ਮੈਂ ਹੋਰ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ। ਜੋ ਉਹਨਾਂ ਦੀਆਂ ਰਚਨਾਵਾਂ ਉਹ ਤਾਂ ਬਾਹਰ ਹੈਗੀਆਂ, ਉਹ ਤਾਂ ਕਿਤਾਬਾਂ ਦੇ ਵਿੱਚ ਹੈਗੀਆਂ, ਹੁਣ ਇੰਟਰਨੈਟ ਵੀ ਭਰਿਆ ਪਿਆ, ਲੋਕਾਂ ਨੇ ਗਾਈਆਂ ਵੀ ਆ, ਲੋਕ ਥਾਂ ਥਾਂ 'ਤੇ ਪੜ੍ਹਦੇ ਵੀ ਹੈਗੇ ਆ। ਕੀ ਸ਼ਿਵ ਕੁਮਾਰ ਹੁਣਾਂ ਨੇ ਕਦੇ ਆਪਣੀ ਡਾਇਰੀ ਵੀ ਲਿਖੀ ਸੀ, ਜਿਹੜੀ ਕਿ ਖਾਸ ਤੌਰ 'ਤੇ ਸਿਰਫ ਪਰਿਵਾਰਕ ਮੈਂਬਰਾਂ ਦੇ ਹੀ ਹੱਥਾਂ ਦੇ ਵਿੱਚ ਹੋਵੇ, ਜਾਂ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਨਪਬਲਿਸ਼ਡ ਹੋਣ, ਜੇ ਕੋਈ ਉਹਨਾਂ ਦਾ ਜ਼ਿਕਰ ਕਰਨਾ ਚਾਹੋ ਤੁਸੀਂ? ਹਾਂ, ਅਸਲ 'ਚ ਡਾਇਰੀ ਉਹ ਉਹਨਾਂ ਨੇ ਮੇਨਟੇਨ ਕਰਦੇ ਸੀਗੇ, ਲੇਕਿਨ ਉਹਦੇ 'ਚ ਇਹ ਨਹੀਂ ਸੀ ਹੁੰਦਾ ਜ਼ਿਕਰ ਵੀ ਮੈਂ ਕੀ ਕਰ ਰਿਹਾ, ਕਿਸ ਤਰ੍ਹਾਂ ਕਰ ਰਿਹਾ। ਉਹਨਾਂ ਦਿਨਾਂ 'ਚ ਕਹਿ ਸਕਦੇ ਹਾਂ ਵੀ ਬਹੁਤ ਸਾਰੀ ਜਗ੍ਹਾ 'ਤੇ ਮੁਸ਼ਾਇਰੇ ਹੁੰਦੇ ਸੀ, ਸਰਕਾਰ ਵੱਲੋਂ ਵੀ, ਵੈਸੇ ਵੀ। ਤਾਂ ਉਹਨਾਂ ਨੇ ਉਸ 'ਤੇ ਡੇਟਸ ਲਿਖੀਆਂ ਹੁੰਦੀਆਂ ਸਾਰੀਆਂ। ਅੱਛਾ, ਇੰਨੀ ਤਰੀਕ ਨੂੰ ਮੈਂ ਇੱਥੇ ਜਾਣਾ ਹੈ, ਇੰਨੀ ਤਰੀਕ ਨੂੰ ਮੇਰਾ ਇੱਥੇ ਮੁਸ਼ਾਇਰਾ ਹੈ, ਇੰਨੀ ਤਰੀਕ ਨੂੰ ਇੱਥੇ ਮੈਂ ਜਾਵਾਂਗਾ। ਸੋ ਸਕੈਜੂਲ ਲਿਖਦੇ ਸੀ, ਸਕੈਜੂਲ ਲਿਖਦੇ ਸੀ, ਕੋਈ ਗੱਲਾਂ ਬਾਤਾਂ ਉਹਨਾਂ ਨੂੰ ਦਿਲ ਯਾਦ ਦੀਆਂ ਨਹੀਂ ਰੱਖਣ ਸੀ। ਦੇ ਲਈ ਫਿਰ, ਕਿਉਂਕਿ ਉਹਨਾਂ ਦਿਨਾਂ 'ਚ ਬਹੁਤ ਮੁਸ਼ਾਇਰੇ ਹੁੰਦੇ ਸੀ। ਹੁਣ ਤਾਂ ਹਾਂ ਬਿਲਕੁਲ ਹੀ ਖਤਮ ਹੋ ਗਿਆ ਹੈ ਸਾਰਾ ਕੁਝ, ਹਾਂ ਪਰ ਉਹਨਾਂ ਦਿਨਾਂ 'ਚ ਬਹੁਤ ਮੁਸ਼ਾਇਰੇ ਸੀ ਤੇ ਉਹ ਲਿਖਦੇ। ਕਿਤੇ ਕਿਤੇ ਵਿੱਚ ਫਿਰ ਉਹਨਾਂ ਨੇ ਨਾ ਕਿਤੇ ਕੋਈ 2 ਸ਼ੇਅਰ ਲਿਖ ਦਿੱਤੇ, ਕੋਈ 1 ਸ਼ੇਅਰ ਲਿਖ ਦਿੱਤਾ। ਜਿਹੜੀ ਮੈਂ ਇੱਕ ਨਵੀਂ ਕਿਤਾਬ ਐਡਿਟ ਕੀਤੀ ਸੀ ਉਹਨਾਂ ਦੀ, ਅੱਛਾ, ਵੈਸੇ ਤਾਂ ਇਹ ਗੱਲ ਹੈਗੀ ਹੈ 2013 ਦੀ ਗੱਲ ਹੈ, ਉਦੋਂ ਮੈਂ ਐਡਿਟ ਕਰਕੇ ਉਹ ਛਪਵਾਈ ਸੀ। ਉਹਦੇ ਹੁਣ 3-4 ਐਡੀਸ਼ਨ ਛਪ ਚੁੱਕੇ ਹੈ। ਜੀ, ਉਹਦਾ ਨਾਂ ਸੀ ਸ਼ਿਵ ਕੁਮਾਰ ਸਮੁੱਚੀ ਕਵਿਤਾ। ਉਹਦੇ 'ਚ ਉਹਨਾਂ ਡਾਇਰੀ ਸੀ ਵੀ ਜੇ ਕੋਈ ਇੱਕ ਦਾ ਕੋਈ 4 ਸ਼ੇਅਰ ਕੋਈ ਨਵੇਂ ਸੀ ਤਾਂ ਮੈਂ ਉਹ ਉਹਦੇ 'ਚ ਲਿਖੇ ਦਿੱਤੇ ਨੇ। ਤੇ ਇੱਕ ਉਹਨਾਂ ਦੀ ਮੈਂ ਕਿਤਾਬ, ਕਿਉਂਕਿ ਮੈਂ ਇਹ ਕੰਮ ਕੀਤਾ ਜਿਸ ਲਈ, ਤਾਂ ਮੈਨੂੰ ਕਈ ਚੀਜ਼ਾਂ ਦਾ ਫਰਕ ਲੱਗਿਆ। ਉਹਨਾਂ ਨੇ ਜਿਹੜੇ ਮੈਗਜ਼ੀਨ 'ਚ ਜਿਹੜੀ ਜਿੱਦਾਂ ਕਵਿਤਾ ਛਪਦੀ ਸੀ, ਜਦੋਂ ਉਹਨਾਂ ਨੇ ਕਿਤਾਬ 'ਚ ਕਵਿਤਾ ਛਾਪੀ ਹੈ, ਕੁਝ ਇੱਕ ਸ਼ੇਅਰ ਉਹਨਾਂ ਨੇ ਵਿੱਚੋਂ ਕੱਢ ਦਿੱਤੇ ਅੱਛਾ, ਜਾਂ ਕੁਝ ਇੱਕ ਚੇਂਜ ਕੀਤੇ। ਤਾਂ ਮੈਂ ਉਹ ਜਿੱਦਾਂ ਉਹਨਾਂ ਨੇ ਪਹਿਲਾਂ ਲਿਖੇ ਸੀ, ਜਿੱਦਾਂ ਮੈਗਜ਼ੀਨ ਛਪੇ ਸੀ, ਉਸ ਦੇ ਲਈ ਵੀ ਇੱਕ ਕਿਤਾਬ ਮੈਂ ਐਡਿਟ ਕੀਤੀ, ਜਿਹਦਾ ਨਾਂ ਰੱਖਿਆ ਚੁੱਪ ਦੀ ਆਵਾਜ਼। ਤੇ ਉਹਦੇ 'ਚ ਮਤਲਬ ਉਹ ਸਾਰੇ ਸ਼ੇਅਰ ਨੇ, ਉਹ ਸਾਰੇ ਉਹ ਅਦਰਵਾਈਜ਼ ਤਾਂ ਹੁਣ ਮੇਰੇ ਕੋਲ ਇਸ ਤਰ੍ਹਾਂ ਕੁਛ ਇੱਕ ਉਹਨਾਂ ਦੇ ਲੇਖ ਨੇ ਜਿਹੜੇ ਮੈਂ ਛਾਪਣਾ ਚਾਹੁੰਦਾ, ਜਲਦੀ ਛਾਪਾਂਗਾ। ਤੇ ਅਦਰਵਾਈਜ਼ ਜਿਹੜਾ ਉਹ ਸਾਰਾ ਕੁਝ ਆ ਗਿਆ ਹੋਇਆ ਉਸ ਕਿਤਾਬ ਦੇ ਵਿੱਚ। ਕਦੇ ਮਨ ਦੇ ਵਿੱਚ ਇਹ ਆਇਆ ਹੋਵੇ ਕਿ ਕਾਸ਼ ਕਿ ਇੱਕ ਵਾਰੀ ਤੁਹਾਨੂੰ ਮੌਕਾ ਮਿਲ ਜਾਵੇ ਸ਼ਿਵ ਕੁਮਾਰ ਨੂੰ ਮਿਲਣ ਦਾ, ਤੁਸੀਂ ਉਹਨਾਂ ਨੂੰ ਕੁਝ ਕੁ ਗੱਲਾਂ ਜ਼ਰੂਰ ਪੁੱਛੋਗੇ? ਕਦੇ ਇਹੋ ਜਿਹੇ ਸਵਾਲ ਮਨ ਦੇ ਵਿੱਚ ਆਉਂਦੇ ਆ ਕਿ ਵੀ ਇੱਕ ਮੌਕਾ ਮਿਲ ਜਾਵੇ, ਇੱਕ ਮੌਕਾ ਕਿ ਮੈਂ ਉਹਨਾਂ ਨੂੰ ਆਹ ਗੱਲਾਂ ਪੁੱਛਾਂ? ਹਾਂ, ਮੈਂ ਕਈ ਵਾਰੀ ਸੋਚਦਾ ਵੀ ਜੇ ਟਾਈਮ ਮਸ਼ੀਨ ਬਣ ਜਾਏ ਤਾਂ ਮਜ਼ਾ ਆ ਜਾਏ, ਮੈਂ ਜਾਵਾਂ ਪਿੱਛੇ ਦੇਖਣ ਲਈ ਉਹਨਾਂ ਨੂੰ। ਹਾਂ ਤੇ ਸਵਾਲ ਕਿਹੋ ਜਿਹੇ ਨੇ ਮਨ ਦੇ ਵਿੱਚ, ਕਿਵੇਂ ਮੈਂ ਉਹਨਾਂ ਨੂੰ ਸਵਾਲ ਪੁੱਛਾਂ? ਜਿਹੜੀ ਚੀਜ਼ ਮੈਂ, ਦੇਖੋ ਸਵਾਲ ਤਾਂ ਬਹੁਤ ਹੁੰਦੇ, ਕਈ ਚੀਜ਼ਾਂ ਪਰਸਨਲ ਹੋ ਸਕਦੀਆਂ, ਹੋ ਸਕਦਾ ਮੈਂ ਘੁੱਟ ਕੇ ਜੱਫੀ ਪਾਉਣਾ ਚਾਹਾਂ ਉਹਨਾਂ ਨੂੰ ਜਾ ਕੇ। ਲੇਕਿਨ ਜਿਹੜੀ ਮੇਨ ਚੀਜ਼ ਹੈ ਉਹ ਇਹ ਹੈ ਵੀ ਮੈਂ ਮਹਿਸੂਸ ਕਰਦਾ ਜਿਹੜੀ ਚੀਜ਼ ਸਾਡੇ ਕੋਲੋਂ ਉਹਨਾਂ ਦੀ ਖੋਹ ਲਈ ਗਈ ਜਾਂ ਖੁੱਸ ਗਈ, ਜਿਹੜੀ ਚੀਜ਼ ਉਹ ਹੈ ਉਹਨਾਂ ਦੀ ਆਵਾਜ਼। ਮੈਂ ਜਾ ਕੇ ਉਹਨਾਂ ਨੂੰ ਸਾਰਾ ਰਿਕਾਰਡ ਕਰਨਾ ਚਾਹੁੰਦਾ ਸੀ। ਉਹਨਾਂ ਨੇ ਆਪਣਾ ਹਰ ਗੀਤ ਗਾਇਆ, ਅੱਛਾ, ਤੇ ਇੰਨਾ ਸੋਹਣਾ ਗਾਇਆ ਕਿ ਆਪਾਂ ਇਮੇਜਿਨ ਨਹੀਂ ਕਰ ਸਕਦੇ।
ਮੈਂ ਚਾਹੁੰਦਾ ਵੀ ਮੈਂ ਹੀ ਇਕੱਲਾ ਨਾ ਇੰਜੋਏ ਕਰਾਂ, ਸਾਰਿਆਂ ਨੂੰ ਮਿਲੇ ਉਹ ਚੀਜ਼। ਮੈਂ ਤਾਂ ਕਿ ਜਾਵਾਂ ਟਾਈਮ ਮਸ਼ੀਨ ਪਿੱਛੇ ਜਾ ਕੇ, ਮੈਂ ਕਹਾਂ ਤੁਸੀਂ ਪਹਿਲਾਂ ਗਾਣੇ ਆਪਣੇ ਸਾਰੇ ਮੈਨੂੰ ਦੇ ਦਿਓ ਗਾ ਕੇ, ਫਿਰ ਆਪਾਂ ਕੋਈ ਹੋਰ ਗੱਲ ਕਰਾਂਗੇ, ਤਾਂ ਕਿ ਆਪਾਂ ਸਾਰੇ ਸੁਣ ਸਕੀਏ ਉਹਨੂੰ। ਕਿੰਨਾ ਸੋਹਣਾ, ਜਿੰਨਾ ਸੋਹਣਾ ਲਿਖਦੇ ਸੀ ਉਨੇ ਸੋਹਣੇ ਉਹ ਗਾਉਂਦੇ ਸੀ, ਉਨੇ ਹੀ ਸੋਹਣਾ ਉਹ ਕੰਪੋਜ਼ ਕਰਦੇ ਸੀ। ਉਹ ਸਾਰੇ ਗੀਤ ਉਹਨਾਂ ਦੇ ਆਪਣੇ ਆਪ ਕੰਪੋਜ਼ ਕੀਤੇ ਹੁੰਦੇ ਸੀ। ਮੇਰੇ ਮਦਰ ਦੱਸਦੇ ਆ ਵੀ ਪਹਿਲਾਂ ਗੀਤ ਲਿਖ ਲੈਂਦੇ ਸੀ, ਫਿਰ ਕਮਰੇ 'ਚ ਤਾਂ ਘੁੰਮੀ ਜਾਂਦੇ ਸੀ ਇੱਧਰ ਉੱਧਰ ਤੇ ਗੁਣਗੁਣਾਈ ਜਾਂਦੇ ਸੀ, ਫਿਰ ਉਹਦੀ ਟਿਊਨ ਤਿਆਰ ਕਰਕੇ ਪਰਫਾਰਮ ਕਰਦੇ ਸੀ ਜਾ ਕੇ। ਸੋ ਮੈਂ ਉਹ ਚੀਜ਼ ਨੂੰ ਬਹੁਤ ਮਿਸ ਕਰਦਾ। ਮੈਨੂੰ ਲੱਗਦਾ ਵੀ ਉਹ ਹਰ ਇੱਕ ਗੀਤ ਉਹਨਾਂ ਦਾ ਗਾਇਆ ਹੋਇਆ ਸਾਡੇ ਕੋਲ ਹੋਣਾ ਚਾਹੀਦਾ ਸੀ, ਜਿਹੜਾ ਕਿ ਅੱਛਾ, ਹੁਣ ਜਦੋਂ ਕੋਈ ਇਨਸਾਨ ਦੁਨੀਆ ਤੋਂ ਚਲੇ ਜਾਂਦਾ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਪਰ ਕੁਝ ਲੋਕ ਹੁੰਦੇ ਆ ਜਿਨ੍ਹਾਂ ਦੀਆਂ ਗੱਲਾਂ 'ਤੇ ਤੁਹਾਨੂੰ ਪੂਰਾ ਯਕੀਨ ਹੁੰਦਾ ਅਤੇ ਕਈ ਤੁਹਾਨੂੰ ਲੱਗਦਾ ਕਿ ਨਹੀਂ, ਇਹ ਤਾਂ ਖੰਭਾਂ ਦੀਆਂ ਡਾਰਾਂ ਬਣਾਈ ਜਾ ਰਹੇ ਹੈਗੇ ਆ। ਤੁਸੀਂ ਕਿਹਨਾਂ ਲੋਕਾਂ ਨੂੰ ਸੋਚਦੇ ਹੋ ਕਿ ਵਾਕਈ ਉਹ ਸ਼ਿਵ ਦੇ ਕਰੀਬ ਸੀ? ਤੁਸੀਂ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਕਰਦੇ ਹੋ ਕਿਉਂਕਿ ਤੁਸੀਂ ਬਹੁਤ ਛੋਟੇ ਸੀ, ਤੁਹਾਨੂੰ ਇਹ ਸਾਰਾ ਕੁਝ ਦੱਸਿਆ ਗਿਆ। ਜਿਹੜੀਆਂ ਗੱਲਾਂ ਤੁਸੀਂ ਅੱਜ ਕਰ ਵੀ ਰਹੇ ਹੋ, ਜਿਹੜੀਆਂ ਆਪਣੇ ਚੇਤੇ ਵਿੱਚ ਨੇ, ਉਹ ਕੁਝ ਇੰਪ੍ਰੈਸ਼ਨਸ ਹੈਗੇ ਆ। ਤੁਹਾਡੇ ਮਦਰ ਕੋਲੋਂ ਤੁਹਾਨੂੰ ਇਨਫੋਰਮੇਸ਼ਨ ਮਿਲੀ, ਉਹਨਾਂ ਦੇ ਜਿਹੜੇ ਨੇੜਲੇ ਲੋਕ ਸੀ, ਕਿਹਨਾਂ ਲੋਕਾਂ ਨੂੰ ਤੁਸੀਂ ਵਾਕਈ ਮਹਿਸੂਸ ਕਰਦੇ ਹੋ ਕਿ ਵੀ ਹਾਂ, ਇਹ 4 5 6 ਲੋਕ ਜਿਨ੍ਹਾਂ ਦੇ ਕੋਲੋਂ ਮੈਂ ਇਨਫੋਰਮੇਸ਼ਨ ਲਈ ਹੈ, ਉਹਨਾਂ ਦੀ ਇਨਫੋਰਮੇਸ਼ਨ ਓਥੈਂਟਿਕ ਸੀ, ਉਹ ਵਾਕਈ ਸ਼ਿਵ ਦੇ ਸ਼ੁਭ ਚਿੰਤਕ ਸਨ? ਜੀ ਜੀ, ਬਿਲਕੁਲ ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ। ਦੇਖੋ, ਮੈਂ ਛੋਟੇ ਹੁੰਦੇ ਮੈਂ ਕਈ ਚੀਜ਼ਾਂ ਨਹੀਂ ਫੀਲ ਕਰ ਸਕਿਆ, ਤੁਹਾਨੂੰ ਸੱਚੀ ਦੱਸਾਂ। ਮੈਂ ਵੱਡੇ ਹੋ ਕੇ ਹੌਲੀ ਹੌਲੀ ਫੀਲ ਕੀਤਾ ਵੀ ਮੇਰੇ ਫਾਦਰ ਨੇ, ਬਹੁਤ ਫੋਟੋਆਂ ਨੇ ਉਹਨਾਂ ਦੀ ਸਾਡੇ ਕੋਲ, ਬਹੁਤ ਜਗ੍ਹਾ ਜਗ੍ਹਾ ਤੋਂ ਫੋਟੋ ਮਿਲਦੀ ਹੈ, ਪਰ ਨਾ ਉਹਨਾਂ ਦੀ ਆਪਣੇ ਮਦਰ ਫਾਦਰ ਨਾਲ ਫੋਟੋ ਹੈ, ਅੱਛਾ, ਨਾ ਉਹਨਾਂ ਦੀ ਆਪਣੇ ਭੈਣ ਭਰਾਵਾਂ ਨਾਲ ਕਿਸੇ ਨਾਲ ਫੋਟੋ ਹੈ। ਉਹਨਾਂ ਦੇ ਵਿਆਹ ਤੱਕ ਦੇ ਵਿੱਚ ਵੀ ਉਹਨਾਂ ਨੇ ਕੋਈ ਫੋਟੋ ਨਹੀਂ ਉਹਨਾਂ ਨਾਲ ਖਿਚਾਈ ਹੋਈ। ਅੱਛਾ। ਤੇ ਇਹ ਚੀਜ਼ ਮੈਂ ਮਤਲਬ ਉਦੋਂ ਤੇ ਨਹੀਂ ਫੀਲ ਕਰ ਸਕਦਾ ਵੀ ਕਿਉਂ ਆ, ਪਰ ਮੈਨੂੰ ਹੌਲੀ ਹੌਲੀ ਸਮਝ ਆਈ ਵੀ ਕਿ ਕਿੱਦਾਂ ਉਹ ਇਸ ਚੀਜ਼ ਤੋਂ ਕੱਟੇ ਹੋਏ ਸੀਗੇ, ਪਰਿਵਾਰ ਦੇ ਨਾਲੋਂ ਕੱਟ ਸੀਗੇ। ਕਿੱਦਾਂ ਉਹਨਾਂ ਨੇ ਆਪਣੇ ਜਿਹਨਾਂ ਨੂੰ ਬਹੁਤ ਪਿਆਰ ਕਰਦੇ ਆ ਦੋਸਤਾਂ ਨੂੰ, ਉਹਨਾਂ ਨਾਲ ਫੋਟੋਆਂ ਖਿਚਾਈਆਂ ਹੋਈਆਂ, ਉਹਨਾਂ ਨੂੰ ਜੱਫੀਆਂ ਪਾ ਕੇ ਫੋਟੋ ਖਿਚਾਈ ਹੈ, ਕਿਸੇ ਨੂੰ ਕਿੱਦਾਂ ਫੋਟੋ ਖਿਚਾਈ ਹੈ ਨਾ। ਤੇ ਮੈਂ ਮਤਲਬ ਜੇ 2-3 ਉਹਨਾਂ ਦੇ ਐਸੇ ਦੋਸਤ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਇੱਕ ਤਾਂ ਹੈਗੇ ਨੇ ਬਿਸ਼ੰਬਰ ਸ਼ੰਭੀ। ਅੱਛਾ। ਉਹਨਾਂ ਦੇ ਬਹੁਤ ਅੱਛੇ ਦੋਸਤ ਸੀ। ਪਿਛਲੇ ਸਾਲ ਉਹ ਕੋਵਿਡ ਦੇ ਵਿੱਚ ਕਰਕੇ ਗੁਜ਼ਰ ਗਏ। ਅਸੀਂ ਦੋਨੋਂ ਜਣੇ ਹੁਣ ਕਰ ਰਹੇ ਸੀਗੇ, ਉਹਨਾਂ ਨੂੰ ਬਹੁਤ ਕੰਪੋਜੀਸ਼ਨਸ ਯਾਦ ਸੀ ਪਾਪਾ ਦੀਆਂ। ਅੱਛਾ। ਮੇਰੇ ਲਈ ਰਿਕਾਰਡ ਕਰਨ ਵਾਲੇ ਸੀ, ਪਰ ਉਸ ਤੋਂ ਪਹਿਲਾਂ ਹੀ ਚਲੇ ਗਏ। ਮੈਨੂੰ ਬੜਾ ਅਫਸੋਸ ਹੈ ਇਸ ਚੀਜ਼ ਦਾ। ਅਸੀਂ ਸਾਰਾ ਪਰਿਵਾਰ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ, ਅੱਜ ਵੀ ਕਰਦੇ ਹਾਂ, ਉਹਨਾਂ ਦੇ ਪਰਿਵਾਰ ਨੂੰ ਵੀ ਕਰਦੇ। ਦੂਸਰਾ ਹੈਗੇ ਹਰਦਿਆਲ ਅੰਕਲ ਨੇ, ਹਰਦਿਆਲ ਸਿੰਘ, ਉਹ ਚੰਡੀਗੜ੍ਹ ਰਹਿੰਦੇ ਨੇ। ਅੱਛਾ। ਉਹਨਾਂ ਨੂੰ ਪਾਪਾ ਪਿਆਰ ਨਾਲ ਡਾਕਟਰ ਹਰਦਿਆਲ ਕਹਿੰਦੇ ਸੀ। ਅੱਛਾ। ਤੇ ਉਹਨਾਂ ਤੋਂ ਸਾਰਾ ਕੁਝ ਸੁਣਿਆ, ਸ਼ੰਭੀ ਅੰਕਲ ਤੋਂ ਸੁਣਿਆ, ਹਰਦਿਆਲ ਅੰਕਲ ਤੋਂ ਸੁਣਿਆ। ਤੀਸਰਾ ਜਿਹੜਾ ਮੈਂ ਨਾਮ ਲਵਾਂਗਾ, ਉਹ ਲਵਾਂਗਾ ਡਾਕਟਰ ਦੀਪਕ ਮਨਮੋਹਨ ਸਿੰਘ। ਅੱਛਾ। ਉਹ ਉਹਨਾਂ ਤੋਂ ਕਾਫੀ ਛੋਟੇ ਸੀ, ਪਰ ਬਹੁਤ ਪਿਆਰ ਕਰਦੇ ਸੀ ਉਹਨਾਂ ਨਾਲ। ਪਾਪਾ ਨੂੰ ਬਹੁਤ ਪਿਆਰ ਸੀ ਉਹਨਾਂ ਨਾਲ। ਸੋ ਇਹਨਾਂ ਬੰਦਿਆਂ ਤੋਂ ਜਿਹੜੀਆਂ ਮੈਨੂੰ ਗੱਲਾਂ ਸੁਣਨ ਨੂੰ ਮਿਲੀਆਂ, ਕਦੇ ਉਹਨਾਂ ਨੇ, ਦੇਖੋ ਇਹਨਾਂ ਬੰਦਿਆਂ ਦਾ ਜ਼ਿਕਰ ਬਹੁਤ ਘੱਟ ਹੈ ਵੀ ਜੇ ਕਿਤੇ ਕੋਈ ਆ ਕੇ ਸਾਹਮਣੇ ਕਿਤੇ ਬੋਲਿਆ ਹੈ ਉਹਨਾਂ ਨੇ ਉਸ ਚੀਜ਼ ਦਾ ਕਦੇ ਕੋਈ ਫਾਇਦਾ ਨਹੀਂ ਉਠਾਇਆ। ਸ਼ੰਭੀ ਅੰਕਲ ਜ਼ਰੂਰ ਗਾਣਾ ਗਾਉਂਦੇ ਸੀ, ਪਾਪਾ ਨੂੰ ਯਾਦ ਕਰਦੇ ਸੀ ਉਹਨਾਂ ਦੇ ਹਰ ਇੱਕ ਵਾਰ, ਕਿਉਂਕਿ ਉਹ ਪਾਪਾ ਦੇ ਹੁੰਦੇ ਵੀ ਉਹਨਾਂ ਨੂੰ ਗਾਉਂਦੇ ਸੀਗੇ। ਤੇ ਉਹਨਾਂ ਨੇ ਸਾਰੀ ਉਮਰ ਜਿੰਨੇ ਸਾਲ ਰਹੇ ਹੋ, ਉਹਨਾਂ ਨੇ ਅੱਜ ਦੇ ਦਿਨ ਪਾਪਾ ਨੂੰ ਜ਼ਰੂਰ ਯਾਦ ਕੀਤਾ, ਉਹਨੂੰ ਗਾਇਆ ਪਿਆਰ ਦੇ ਨਾਲ, ਸਾਨੂੰ ਯਾਦ ਕੀਤਾ, ਸਾਨੂੰ ਫੋਨ ਕੀਤਾ। ਹੁਣ ਤਾਂ ਚਲੇ ਗਏ, ਉਹਨਾਂ ਨੇ ਫੋਨ ਵੀ ਅਸੀਂ ਮਿਸ ਕਰਾਂਗੇ ਸਾਰੀ ਉਮਰ ਜੀ। ਚਲੋ, ਪਰ ਇਹ ਲੋਕ ਕੁਛ ਇੱਕ ਲੋਕ ਨੇ ਜਿਨ੍ਹਾਂ ਨੇ ਮੈਨੂੰ ਸੱਚ ਦੱਸਿਆ ਵੀ ਕੀ ਹੋਇਆ, ਕਿਸ ਤਰ੍ਹਾਂ ਹੁੰਦਾ ਹੈ, ਤੇਰੇ ਪਾਪਾ ਨਾਲ ਕਿਸ ਤਰ੍ਹਾਂ ਸੀ। ਇਹਨਾਂ ਲੋਕਾਂ ਦੇ ਹੋਰ ਵੀ ਹੈ ਬਹੁਤ ਸਾਰੇ ਦੋਸਤ, ਇੱਕ ਦੋ ਦੋਸਤ ਜਾ ਚੁੱਕੇ ਨੇ, ਬਹੁਤ ਲੋਕ ਜਾ ਚੁੱਕੇ। ਮਿਹਰਬਾਨ ਜੀ, ਹੁਣ ਤੁਸੀਂ ਇੱਕ ਗੱਲ ਪਹਿਲਾਂ ਕਰਕੇ ਹਟੇ ਆ ਕਿ ਲੋਕ ਤਰ੍ਹਾਂ ਤਰ੍ਹਾਂ ਦੇ ਨਾਲ ਉਹਨਾਂ ਨੂੰ ਓਨ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜ਼ਿੰਦਾ ਰੱਖਿਆ ਜਾ ਸਕੇ। ਕਿਤਾਬਾਂ ਦੇ ਵਿੱਚੋਂ ਤਾਂ ਉਹਨਾਂ ਨੇ ਕਿਤੇ ਜਾਣਾ ਨਹੀਂ ਹੈਗਾ। ਜੇ ਅੱਜ ਆਪਾਂ 50 ਸਾਲ ਬਾਅਦ ਗੱਲ ਕਰ ਰਹੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ, ਦੈਟ ਮੀਨਸ ਸ਼ਿਵ ਕੁਝ ਵੱਖਰਾ ਸੀ। ਕਦੇ ਇਹੋ ਜਿਹੀ ਕੋਸ਼ਿਸ਼ ਨਹੀਂ ਕੀਤੀ ਕਿ ਸ਼ਿਵ ਦੇ ਉੱਤੇ ਫਿਲਮ ਬਣਾਈ ਜਾਵੇ? ਕਿਸੇ ਤਰੀਕੇ ਦੇ ਨਾਲ ਕੋਈ ਇਹੋ ਜਿਹੀ ਐਫਰਟ ਤੁਸੀਂ ਕੀਤੀ ਹੋਵੇ ਤਾਂ ਜ਼ਰੂਰ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ। ਨਹੀਂ, ਫਿਲਮ ਮੈਂ ਬਣਾਉਣਾ ਚਾਹੁੰਦਾ, ਮੈਂ ਲਿਖੀ ਵੀ ਹੈ ਫਿਲਮ। ਅੱਛਾ, ਤੁਸੀਂ ਖੁਦ ਲਿਖੀ ਹੋਈ ਹੈ ਫਿਲਮ? ਮੈਂ ਖੁਦ ਲਿਖ ਰਿਹਾ ਉਹਨਾਂ ਬਾਰੇ। ਹੋਰ ਜਿੰਨਾ ਕੁਛ ਕਰਨਗੇ ਲੋਕ ਦੁਬਾਰਾ ਮਿਥ ਜੋੜਨਗੇ। ਮੈਂ ਮਿਥ ਤੇ ਸੱਚ ਨੂੰ ਕੰਬਾਈਨ ਕਰਕੇ ਦੱਸਣਾ ਚਾਹੁੰਦਾ ਵੀ ਐਕਚੁਅਲ ਸ਼ਿਵ ਸੀ ਕੌਣ ਹੈ ਨਾ। ਕਵੀ ਦੇ ਤੌਰ ਤੇ ਸਾਰਿਆਂ ਨੂੰ ਪਤਾ। ਤੁਸੀਂ ਇੱਕ ਫੀਚਰ ਫਿਲਮ ਬਣਾਉਣਾ ਚਾਹੁੰਦੇ ਹੋ, ਕਮਰਸ਼ੀਅਲ ਫਿਲਮ ਬਣਾਉਣਾ ਚਾਹੁੰਦੇ ਹੋ, ਜਾਂ ਤੁਸੀਂ ਡਾਕੂਮੈਂਟਰੀ ਦੀ ਗੱਲ ਕਰ ਰਹੇ ਹੋ? ਨਹੀਂ, ਡਾਕੂਮੈਂਟਰੀ ਨਹੀਂ ਬਣਾਉਣਾ ਚਾਹੁੰਦਾ ਮੈਂ, ਕਮਰਸ਼ੀਅਲ ਮੂਵੀ ਬਣਾਉਣਾ ਚਾਹੁੰਦਾ ਜਿਹਦੇ ਵਿੱਚ ਅੱਛੇ ਤੋਂ ਅੱਛਾ ਐਕਟਰ ਲਿਆ ਜਾਏ, ਵੱਡਾ ਬਜਟ ਹੋਏ। ਕੋਈ ਡਾਕੂਮੈਂਟਰੀ ਬਣੀ ਹੈ ਉਹਨਾਂ ਦੇ ਉੱਤੇ? ਡਾਕੂਮੈਂਟਰੀ ਬਣੀਆਂ ਨੇ ਕੁਛ, ਇੱਕ
ਉਹ ਮੈਨੂੰ ਲੱਗਦਾ ਨਹੀਂ ਵੀ ਉਹਨੀਆਂ ਵੀ ਉਹੀ ਮਿੱਥ ਦੇ ਆਸੇ-ਪਾਸੇ ਘੁੰਮਦੀਆਂ ਰਹਿੰਦੀਆਂ ਨੇ। ਓਕੇ। ਜੋ ਕਵਿਤਾ ਦੇਖੋ, ਜਦੋਂ ਆਪਾਂ ਕਿਸੇ ਦੀ ਡਾਕੂਮੈਂਟਰੀ ਬਣਾਉਂਦੇ ਹਾਂ, ਹੂੰ। ਅਸੀਂ ਸ਼ਿਵ ਨੂੰ ਕਿਉਂ ਯਾਦ ਕਰ ਰਹੇ ਹਾਂ ਉਸ ਵੇਲੇ? ਡਾਕੂਮੈਂਟਰੀ ਦੇ ਵਿੱਚ ਸ਼ਿਵ ਨੂੰ ਕਵੀ ਦੇ ਤੌਰ ਤੇ ਯਾਦ ਕਰਦੇ ਹਾਂ, ਹੈ ਨਾ। ਉਹਦੇ ਮਾੜਾ ਜਿਹੀ ਗੱਲ ਕਰਾਂਗੇ ਫੈਮਿਲੀ ਬਾਰੇ, ਇਹ ਬਹੁਤ ਬੇਸ ਐਕਚੁਅਲ ਜਿਹੜੀ ਗੱਲ ਹੋਏਗੀ ਉਹਦੀ ਕਵਿਤਾ ਦੀ ਗੱਲ ਹੋਏਗੀ, ਉਹ ਕਿਉਂ ਅਸੀਂ ਉਹਨੂੰ ਯਾਦ ਕਰ ਰਹੇ ਹਾਂ। ਜਦੋਂ ਕੋਈ ਫੀਚਰ ਫਿਲਮ ਬਣਾਉਂਦੇ ਹਾਂ, ਉਦੋਂ ਕਵਿਤਾ ਉਹਦੀ ਪਿੱਛੇ ਰਹੇਗੀ, ਪਰ ਜਿਹੜੀ ਉਹਦੀ ਐਕਚੁਅਲ ਲਾਈਫ ਹੈ, ਉਹ ਉਸ ਕਵਿਤਾ ਉਹਨੂੰ ਕਿੱਦਾਂ ਲੱਭੀ ਹੈ, ਉਹਦੇ ਬਾਰੇ ਗੱਲ ਪਏਗੀ, ਹੈ ਨਾ। ਤਾਂ ਉਹ ਚੀਜ਼ ਜਿਹੜੀ ਆ ਉਹ ਪਰਿਵਾਰ ਦੇ ਵਿੱਚੋਂ ਮਿਲ ਸਕਦੀ ਹੈ, ਦੋਸਤਾਂ ਤੋਂ ਮਿਲ ਸਕਦੀ, ਸਾਰਿਆਂ ਤੋਂ ਇਕੱਠੇ। ਮੈਂ ਸਾਰਿਆਂ ਨੂੰ ਮਿਲ ਕੇ ਸਭ ਤੋਂ ਇਕੱਠੀ ਕੀਤੀ ਹੈ ਚੀਜ਼ ਇਹ। ਮੈਂ ਇਵਨ ਜਿੱਥੇ ਜਿੱਥੇ ਉਹ ਗਏ ਨੇ, ਮੈਂ ਸਿਰਫ ਇੰਗਲੈਂਡ ਨਹੀਂ ਅਜੇ ਜਾ ਸਕਿਆ, ਉਹ ਮੈਂ ਜਾਣਾ ਚਾਹਾਂਗਾ, ਅਦਰਵਾਈਜ਼ ਸਾਰੀ ਥਾਂ ਤੇ ਮੈਂ ਜਾ ਆਇਆ। ਅੱਛਾ। ਬੈਜਨਾਥ ਪੜ੍ਹੇ ਆ, ਉੱਥੇ ਵੀ ਗਿਆ। ਉੱਥੇ ਕੀ ਕਹਾਣੀ ਸੀਗੀ ਜਿਹੜੀ ਅੱਜ ਤੱਕ ਬੜਾ ਮਿੱਥ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਹੈ ਨਾ। ਬੈਜਨਾਥ ਹੋਇਆ ਜੋ ਹੋਇਆ ਉਹਨਾਂ ਨਾਲ, ਐਕਚੁਅਲ ਕੀ ਹੋਇਆ ਬੈਜਨਾਥ ਹੋਣਾ ਨਾਲ, ਉਹ ਹੁਣ ਮੈਨੂੰ ਪਤਾ ਹੈ। ਮੈਂ ਉੱਥੇ ਪੁਰਾਣੇ ਲੋਕਾਂ ਨੂੰ ਮਿਲ ਕੇ ਆਇਆ, ਕੁਝ ਉਹਨਾਂ ਦੋਸਤ ਪੁਰਾਣੇ ਸੀ, ਉਹਨਾਂ ਨੂੰ ਪੁੱਛਿਆ, ਤੇ ਸਾਰੀਆਂ ਗੱਲਾਂ ਨੂੰ ਆਪਸ ਚ ਮਿਲਾ ਕੇ ਦੇਖ ਕੇ ਫਿਰ ਸਮਝ। ਜਿਵੇਂ ਮੈਨੂੰ ਇੱਥੇ ਕੈਨੇਡਾ ਆਇਆ ਸੀ ਮੈਂ, ਤੇ ਮੈਨੂੰ ਇੱਥੇ ਕਿਸੇ ਦਾ ਫੋਨ ਆਇਆ, ਉਹ ਪਾਪਾ ਦੇ ਪੁਰਾਣੇ ਦੋਸਤ ਸੀ, ਉਹਨਾਂ ਦੇ ਵਾਈਫ ਨੇ, ਮਿਸਿਸ ਚੀਮਾ ਜੀ। ਤਾਂ ਉਹਨਾਂ ਨੇ ਕਿਹਾ ਵੀ ਏਦਾਂ ਕਰਕੇ ਨਾ ਸ਼ਿਵ ਪਰ ਸੰਗਰੂਰ ਹੁੰਦੇ ਸੀ ਅਸੀਂ, ਤੇ ਸ਼ਿਵ ਸੰਗਰੂਰ ਆਇਆ ਸੀ, ਸਰਦੀਆਂ ਦੇ ਦਿਨ ਸੀ, ਤਾਂ ਉਹਨੇ ਜਾਣਾ ਸੀ ਬਟਾਲੇ ਵਾਪਸ। ਤਾਂ ਅਸੀਂ, ਉਹ ਬੜੀ ਕਾਹਲੀ ਸੀ, ਅਸੀਂ ਕਿਹਾ ਵੀ ਚੱਲ ਤੂੰ ਏਦਾਂ ਕਰ, ਆਹ ਲੈ ਜਾ ਕੰਬਲ ਜਾਂ ਰਜਾਈ ਜਾਂ ਕੋਈ ਵੀ ਚੀਜ਼ ਉਹਨਾਂ ਨੇ ਉਹਨੂੰ ਦਿੱਤੀ ਵੀ ਤੂੰ ਲੈ ਜਾ ਰਸਤੇ ਲਈ, ਵੀ ਤੂੰ ਜਾਣਾ ਵੀ, ਇਹਦਾ ਇੰਨੀ ਠੰਡ ਹੈ, ਔਖਾ ਹੋਏਗਾ। ਤਾਂ ਹੁਣ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਨੇ ਕੀ ਕੀਤਾ ਉਸ ਕੰਬਲ ਦਾ ਜਾਂ ਰਜਾਈ ਦਾ। ਅੱਛਾ। ਉਹ ਹੁਣ ਮੈਨੂੰ ਇਸ ਚੀਜ਼ ਬਾਰੇ ਸ਼ੰਭੀ ਅੰਕਲ ਤੋਂ ਪਤਾ ਲੱਗਿਆ ਹੋਇਆ ਸੀ, ਕਿ ਸ਼ੰਭੀ ਅੰਕਲ ਨਾਲ ਸੀਗੇ। ਕਹਿੰਦੇ ਉਹਨਾਂ ਨੇ ਉੱਥੋਂ ਕੰਬਲ ਜਾਂ ਜੋ ਵੀ ਚੀਜ਼ ਸੀਗੀ ਉਹ ਲਿਆ, ਤੇ ਉਹ ਰਸਤੇ 'ਚ ਕਿਸੇ ਗਰੀਬ ਤੋਂ, ਮੋਚੀ ਤੋਂ ਸ਼ਾਇਦ ਉਹ ਪਾਲਿਸ਼ ਕਰਵਾਉਂਦੇ ਸੀ ਜੁੱਤੇ, ਉਹ ਵੀ ਉਹਨਾਂ ਦਾ ਦੋਸਤ ਬਣਿਆ ਸੀ। ਅੱਛਾ। ਤੇ ਉਹਨੂੰ ਉਹ ਦੇ ਗਏ ਕੰਬਲ ਜਾਂਦੇ ਜਾਂਦੇ। ਮੈਂ ਵੀ ਤੇ ਰਹਿ ਗਿਆ, ਭਾਜੀ ਆਪਾਂ ਨੂੰ ਠੰਡ ਲੱਗਦੀ ਹੈ ਰਸਤੇ 'ਚ, ਆਪਾਂ ਕੀ ਕਰਾਂਗੇ, ਆਪਾਂ ਨੂੰ ਆਪਣੇ ਲਈ ਦਿੱਤਾ। ਕਹਿੰਦੇ ਯਾਰ ਆਪਾਂ ਨੂੰ ਤਾਂ ਫੇਰ ਲੱਭ ਜਾਏਗਾ, ਇਹਨੂੰ ਦੇ ਦਿੰਦੇ, ਇਹਨੂੰ ਲੋੜ ਆਏਗਾ, ਏਦਾਂ ਹੀ ਬੈਠਾ। ਉਹਨੂੰ ਫੜਾ ਕੇ ਕਹਿੰਦੇ ਚਲੇ ਗਏ। ਅੱਛਾ। ਉਹ ਅੱਜ ਤੱਕ ਵੀ ਸੋਚਦੇ ਨੇ ਵੀ ਮੇਰੇ ਉਸ ਬਿਸਤਰੇ ਦਾ ਕੀ ਬਣਿਆ, ਤੇ ਉਹ ਉਸ ਗਰੀਬ ਨੂੰ ਦੇ ਦਿੱਤਾ ਸੀ ਉਹਨਾਂ ਨੇ ਉੱਥੇ ਹੀ। ਤੇ ਫਿਰ ਜਦੋਂ ਅਸੀਂ ਟ੍ਰੇਨ 'ਚ ਜਾ ਰਹੇ ਸੀ ਅੰਮ੍ਰਿਤਸਰ ਦੀ ਟ੍ਰੇਨ, ਤੇ ਕਹਿੰਦੇ ਰਸਤੇ 'ਚ ਠੰਡ ਲੱਗੀ, ਇੰਨੀ ਠੰਡ, ਕਹਿੰਦੇ ਇੱਕ ਬੰਦਾ ਕੰਬਲ ਲੈ ਕੇ ਸੁੱਤਾ ਹੋਇਆ ਸੀ। ਹੌਲੀ ਹੌਲੀ ਪਹਿਲਾਂ ਸ਼ਿਵ ਨੇ ਥੋੜੇ ਜਿਹੇ ਪੈਰ ਪਾੜ ਦੇ ਵਿੱਚ, ਉਹ ਥੋੜਾ ਹਿੱਲਿਆ, ਫਿਰ ਥੋੜਾ ਜਿਹਾ ਹੋਰ ਖਿੱਚ ਕੇ ਹੋਰ ਵਿੱਚ ਵੜ ਗਏ। ਅੱਛਾ। ਤੇ ਜਦੋਂ ਜ਼ਿਆਦਾ ਅੰਦਰ ਚਲੇ ਗਏ ਤਾਂ ਉਹ ਉੱਠ ਕੇ ਬਹਿ ਗਿਆ, ਦੇਖਣ ਲੱਗ ਗਿਆ। ਉਹਨਾਂ ਬੜੇ ਪਿਆਰ ਨਾਲ ਦੇਖ ਕੇ ਕਹਿੰਦੇ ਯਾਰ ਦੇਖ, ਠੰਡ ਬਹੁਤ ਹੈ, ਕੰਬਲ ਤੇਰਾ ਇੰਨਾ ਵੱਡਾ ਹੈ, ਜੇ ਆਪਾਂ ਤਿੰਨੋਂ ਜਣੇ ਆਪਾਂ ਇਸੇ ਵਿੱਚ ਆ ਸਕਦੇ ਹਾਂ, ਜੇ ਆ ਜਾਈਏ ਤੇ ਤੈਨੂੰ ਵੀ ਗਰਮੀ ਇੰਨੀ ਕਿ ਸਾਨੂੰ ਵੀ ਇੰਨੀ ਹੋ ਜਾਏਗਾ। ਕਹਿੰਦੇ ਇੰਨੇ ਪਿਆਰ ਨਾਲ ਗਿਆ ਨਾ, ਉਹ ਨਾ ਹੀ ਨਹੀਂ ਕਰ ਸਕਿਆ। ਤੇ ਅਸੀਂ ਫਿਰ ਉਸ ਕੰਬਲ 'ਚ ਬਹਿ ਕੇ ਕਹਿੰਦੇ ਅੰਮ੍ਰਿਤਸਰ ਪਹੁੰਚੇ। ਕੀ ਬਾਤ ਹੈ। ਇਸ ਤਰ੍ਹਾਂ ਕਈ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਪਤਾ ਹੀ ਨਹੀਂ ਹੈ। ਹੁਣ ਇਹ ਸਾਰੀਆਂ ਗੱਲਾਂ ਬਹੁਤ ਵੱਡੀਆਂ ਨੇ, ਬਹੁਤ ਕੁਛ ਹੈ। ਇੱਕ ਹੋਰ ਤੁਹਾਨੂੰ ਦੱਸਾਂ ਗੱਲ, ਕਿ ਉਹਨਾਂ ਦਾ ਇੱਕ ਦੋਸਤ ਨੇ, ਮਿਸਟਰ ਸ਼ਰਮਾ, ਟ੍ਰਿਬਿਊਨ ਦੇ ਵਿੱਚ, ਟ੍ਰਿਬਿਊਨ ਲਈ ਲਿਖਦੇ ਨੇ ਉਹ ਜੀ। ਤਾਂ ਉਹ ਕਹਿੰਦੇ ਵੀ ਇੱਕ ਵਾਰ ਸ਼ਿਵ ਨਾ, ਮਤਲਬ ਕਿਸੇ, ਅਸੀਂ ਚੰਡੀਗੜ੍ਹ ਮਹਿਫਿਲ ਸੀਗੇ, ਤੇ ਉੱਥੇ ਕੋਈ IAS ਅਫਸਰ, ਕੋਈ IPS ਅਫਸਰ, ਵੱਡੇ ਵੱਡੇ ਲੋਕ ਆਏ ਹੋਏ, ਸ਼ਿਵ ਨੂੰ ਵੀ ਉੱਥੇ ਬੁਲਾਇਆ, ਮੈਂ ਵੀ ਗਿਆ ਹੋਇਆ ਜੀ। ਤੇ ਮੈਂ ਉਹਨਾਂ ਦਿਨਾਂ 'ਚ, ਕਹਿੰਦੇ ਮੈਂ, ਸ਼ਰਮਾ ਜੀ ਕਹਿੰਦੇ ਮੈਂ ਬਟਾਲੇ ਗਿਆ ਸੀ, ਤੇ ਮੈਂ ਕਿਸੇ ਮੋਚੀ ਕੋਲੋਂ ਜੁੱਤੀ ਪਾਲਿਸ਼ ਕਰਾਉਣ ਲੱਗ ਗਿਆ, ਤੇ ਮੈਨੂੰ ਕਹਿੰਦਾ ਵੀ ਤੁਸੀਂ ਕਿੱਥੋਂ? ਮੋਚੀ ਨੂੰ ਮੈਂ ਕਿਹਾ ਵੀ ਮੈਂ ਚੰਡੀਗੜ੍ਹ ਤੋਂ ਆਇਆ। ਕਹਿੰਦੇ ਮੇਰਾ ਵੀ ਯਾਰ ਹੈ ਮੋਚੀ, ਕਹਿੰਦਾ ਵੀ ਉੱਥੇ ਇੱਕ ਬਹੁਤ ਵਧੀਆ ਯਾਰ ਹੈ। ਮੈਂ ਪਤਾ ਨਹੀਂ ਕੌਣ ਹੋਣਾ, ਕਿਹਦੀ ਗੱਲ ਕਰੀ ਜਾਂਦਾ। ਕਹਿੰਦੇ ਮੈਂ ਵੈਸੇ ਹੀ ਚੱਲ ਸੁਭਾਅ ਕੇ ਪੁੱਛਿਆ ਕਿਹੜਾ ਯਾਰ ਹੈ ਤੇਰੇ, ਕੌਣ? ਕਹਿੰਦੇ ਸ਼ਿਵ ਕੁਮਾਰ ਹੈ ਉੱਥੇ, ਮੇਰਾ ਸ਼ਿਵ ਕੁਮਾਰ ਬਟਾਲਵੀ, ਸ਼ਿਵ ਕੁਮਾਰ ਹੀ ਕਹਿੰਦੇ ਸੀ, ਸ਼ਿਵ ਕੁਮਾਰ ਬਟਾਲਵੀ। ਉਹਨਾਂ ਨੂੰ ਬਾਅਦ ਵੀ ਸ਼ਿਵ ਕੁਮਾਰ ਹੈ, ਮੇਰਾ ਬਹੁਤ ਅੱਛਾ ਯਾਰ ਹੈ, ਉਹ ਮੇਰੇ ਕੋਲ ਹੀ ਇੱਥੇ ਬੈਠਦਾ, ਇੱਥੇ ਆ ਕੇ ਜ਼ਰੂਰ ਕਰਾਂਗਾ। ਕਹਿੰਦੇ ਮੈਨੂੰ ਲੱਗਿਆ ਵੀ ਅੱਜ ਮੌਕਾ ਮਿਲ ਗਿਆ, ਅੱਜ ਇਹਨੂੰ ਇਹਦੀ ਬੇਇੱਜ਼ਤੀ ਕਰਦਾ ਹੈ, ਅੱਜ ਇਹਨੂੰ ਛੋਟਾ ਕਰਦਾ, ਬੜਾ ਵੱਡਾ ਬਣਿਆ ਫਿਰਦਾ ਨਾ। ਆਫਿਸਰਸ ਖੜੇ ਸੀ, ਉਹਨਾਂ ਦੇ ਵਿੱਚ ਜਾ ਕੇ ਆ, ਸ਼ਿਵ ਤੇਰਾ ਇੱਕ ਯਾਰ ਮਿਲਿਆ ਸੀ ਮੈਨੂੰ ਬਟਾਲੇ। ਅੱਛਾ। ਸ਼ਿਵ ਕਹਿੰਦਾ ਅੱਛਾ ਕੌਣ ਸੀਗਾ, ਕਿਹਨੂੰ ਮਿਲ ਗਏ? ਉਹ ਕਹਿੰਦੇ ਯਾਰ ਫਲਾਣੀ ਥਾਂ ਤੇ ਫਲਾਣਾ ਮੋਚੀ ਨਹੀਂ ਆ, ਉਹ ਕਹਿੰਦਾ ਵੀ ਤੈਨੂੰ, ਕਹਿੰਦੇ ਯਾਰ ਤੂੰ ਜੱਫੀ ਪਾ ਲਾ ਮੈਨੂੰ, ਆ ਜਾ। ਕਹਿੰਦੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਉਹਨੇ, ਤੂੰ ਮੇਰੇ ਯਾਰ ਨੂੰ ਮਿਲ ਗਿਆ ਹੈ। ਕਹਿੰਦੇ ਉਹ ਮੋਚੀ ਹੈ ਜਿਹੜਾ ਮੈਨੂੰ ਉੱਥੇ, ਉਹਦੀ ਸੀਟ ਜਿੱਥੇ ਉਹ ਬੈਠਦਾ ਹੈ, ਉਹਨੇ ਰੱਖੀ ਕੁਰਸੀ, ਉੱਥੇ ਮੈਨੂੰ ਬੈਠਣ ਦੀ ਮੌਕਾ ਦਿੰਦਾ, ਤੇ ਉੱਥੇ ਬਹਿ ਕੇ ਮੈਂ ਇੰਨੀ ਦੁਨੀਆ ਤੱਕੀ ਹੈ, ਇੰਨਾ ਕੁਝ ਦੇਖਿਆ ਵੀ ਜਿਹੜਾ ਕੋਈ ਦੇ ਨਹੀਂ ਸਕਦਾ ਮੈਨੂੰ। ਬਿਊਟੀਫੁਲ। ਇਸ ਕਰਕੇ ਤੂੰ ਤਾਂ ਮੇਰਾ ਸਭ ਤੋਂ ਵਧੀਆ ਯਾਰ ਨੂੰ ਮਿਲ ਗਿਆ, ਤੂੰ ਘੁੱਟ ਕੇ ਜੱਫੀ ਪਾ। ਕਹਿੰਦੇ ਮੇਰਾ ਮੂੰਹ ਇੰਨਾ ਜਿਹਾ ਹੋ ਗਿਆ, ਮੈਂ ਸ਼ਰਮਿੰਦਾ ਜਾ ਗਿਆ ਵੀ ਹੁਣ ਕੀ ਕਵਾਂਗਾ। ਬਹੁਤ ਖੂਬ, ਸੋ ਬੜੀਆਂ ਖੂਬਸੂਰਤ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਤੇ ਉਮੀਦ ਕਰਦੇ ਹਾਂ ਕਿ ਜਿਹੜੀ ਤੁਸੀਂ ਫਿਲਮ ਬਾਰੇ ਪਲਾਨ ਕਰ ਰਹੇ ਹੋ, ਤੇ ਉਹ ਤੁਹਾਡਾ ਪ੍ਰੋਜੈਕਟ ਹੈ ਉਹ ਮੁਕੰਮਲ ਹੋਏਗਾ,
ਤੇ ਕੋਈ ਹੋਰ ਗੱਲਬਾਤ ਜਿਹੜੀ ਰਹਿ ਗਈ ਹੋਵੇ ਜੇ ਤੁਸੀਂ ਸਾਡੇ ਸੁਣਨ ਵਾਲੇ ਦੇ ਨਾਲ ਕਰਨੀ ਚਾਹੋ, 30 ਸੈਕਿੰਡਸ ਨੇ ਆਪਣੇ ਕੋਲ ਬਚੇ। ਹਾਂ, ਬਸ ਮੈਂ ਇਹੀ ਕਹਾਂਗਾ ਵੀ ਸ਼ਿਵ ਨੂੰ ਸਿਰਫ ਸੁਣੋ ਹੀ ਨਾ, ਪੜ੍ਹੋ। ਕਿਤਾਬ ਖਰੀਦੋ, ਹੋਰ ਵੀ ਪੜ੍ਹਿਆ ਕਰੋ ਪੰਜਾਬੀ ਦੇ ਵਿੱਚ। ਪੰਜਾਬੀ ਦੇ ਲੋਕ ਜਿਹੜੇ ਆ ਆਪਣੀ ਕਿਤਾਬਾਂ ਤੋਂ ਦੂਰ ਹੋ ਰਹੇ ਨੇ, ਆਪਾਂ ਦੁਬਾਰਾ ਆਪਾਂ ਵਾਪਸ ਕਿਤਾਬਾਂ ਵੱਲ ਆਈਏ, ਆਪਾਂ ਪੜ੍ਹਿਆ ਕਰੀਏ। ਸ਼ਿਵ ਨੂੰ ਪੜ੍ਹੋ, ਹੋਰਾਂ ਨੂੰ ਪੜ੍ਹੋ, ਬਹੁਤ ਕੁਝ ਹੈ ਸਾਡੇ ਕੋਲ। ਸਾਡਾ ਲਿਟਰੇਚਰ ਬਹੁਤ ਅਮੀਰ ਹੈ, ਸਾਡੀ ਜ਼ੁਬਾਨ ਜਿਹੜੀ ਹੈ, ਸਾਡੀ ਭਾਸ਼ਾ ਜਿਹੜੀ ਬਹੁਤ ਅਮੀਰ ਹੈ। ਇਹਨੂੰ ਹੋਰ ਅਮੀਰ ਬਣਾਈਏ, ਜਿੰਨਾ ਪੜ੍ਹਾਂਗੇ ਉਨੇ ਹੋਰ ਪੈਦਾ ਹੋਣਗੇ ਲਿਖਣ ਵਾਲੇ ਵਧੀਆ, ਤੇ ਹੋਰ ਸਾਨੂੰ ਬਹੁਤ ਕੁਝ ਮਿਲੇਗਾ ਪੜ੍ਹਨ ਲਈ ਲਿਖਣ। ਮਿਹਰਬਾਨੀ ਜੀ, ਇਸ ਗੱਲਬਾਤ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਗੱਲ ਕਰਨ ਦਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖ਼ਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਕੋਈ ਫੀਡਬੈਕ ਦੇਣੀ ਹੋਵੇ navjot@sherpunjabradio.ca 'ਤੇ ਤੁਸੀਂ ਮੈਨੂੰ ਜ਼ਰੂਰ ਈਮੇਲ ਕਰ ਸਕਦੇ ਹੋ।